साहिब जी। दंडौत बंदन अनक बार। सर्ब कला समरथ डोलन ते राखो प्रभु। नानक दे कर हाथ मीरा दाना दिल सोच। मोहब्बते मन तन बसै सच शाह बंदी मोच। दीदने दीदार साहिब कछ नहीं इसका मोल। पाक परबदगार तू खुद खसम बड़ा अतोल। दस्तगीरी देह दिलावर तू ही एक। करतार कुदरत करण खालक नानक तेरी टेक। मैं अंधले की टेक तेरा नाम खुंदकारा। मैं गरीब मैं मस्कीन तेरा नाम है आधारा। बाणी गुरु गुरु है बाणी बिच बाणी अमृत सारे। गुरबाणी कहै सेवक जन मानै पर तख गुरु निस्तारे। सो कहो टल गुर सेविय अहनिस सहज सुभाए। दर्शन परसै गुरु कै जन्म मरण दुख जाए। होवै सिफत खसामदी नूर अरसो कुरसो झटिया। तुद डिठे सचे पातशाह मल जन्म जन्म दी कटिया। सज्जन सच्चा पातशाह सिर साहां दै साहो। जिस पास बैठिया सोहीए सबना दा बेसाहो। सतनाम श्री वाहिगुरु साहिब जी। दखणे महला पंजवा। प्रभाते प्रभ नाम जप गुर के चरण त्याए। जन्म मरण मल उतरै सच्चे के गुण गाए। प्रभाते प्रभ नाम जप गुर के चरण त्याए। जन्म मरण मल उतरै सच्चे के गुण गाए। महला पंजवा। देह अंधारी अंध सुन्नी नाम बिहूणिया। नानक सफल जन्म
ਜੈਕਟ ਬੁੱਠਾ ਸਚ ਧਣੀ। ਮਹੱਲਾ ਪੰਜਵਾ। ਲੋਇਣ ਲੋਈ ਡਿਠ ਪਿਆਸ ਨ ਬੁੱਝੈ ਮੂੰਹ ਘਾਣੀ। ਨਾਨਕ ਸੇ ਅਖੜੀਆਂ ਬਿਆਨ ਜਿਨੀ ਦਿਸੰਦੋ ਮਾਂ ਪੀਰੀ। ਪੌੜੀ। ਜਿਨ ਜਨ ਗੁਰਮੁਖ ਸੇਵਿਆ ਤਿਨ ਸਭ ਸੁਖ ਪਾਈ। ਉਹ ਆਪ ਤਰਿਆ ਕੁਟੰਬ ਸਿਉ ਸਭ ਜਗਤ ਤਰਾਈ। ਓਨ ਹਰ ਨਾਮਾ ਧਨ ਸੰਚਿਆ ਸਭ ਤਿਖਾ 부ਝਾਈ। ਓਨ ਛੱਡੇ ਲਾਲਚ ਦੁਨੀ ਕੇ ਅੰਤਰ ਲਿਵ ਲਾਈ। ਓਸ ਸਦਾ ਸਦਾ ਘਰ ਆਨੰਦ ਹੈ ਹਰ ਸਖਾ ਸਹਾਈ। ਓਨ ਬੈਰੀ ਮਿੱਤਰ ਸਮ ਕੀਤਿਆ ਸਭ ਨਾਲ ਸੁਭਾਈ। ਹੋਆ ਉਹੀ ਜਗ ਮਹਿ ਗੁਰ ਗਿਆਨ ਜਪਾਈ। ਪੂਰਬ ਲਿਖਿਆ ਪਾਇਆ ਹਰ ਸਿਉ ਬਣ ਆਈ। ਹੋਆ ਉਹੀ ਜਗ ਮਹਿ ਗੁਰ ਗਿਆਨ ਜਪਾਈ। ਪੂਰਬ ਲਿਖਿਆ ਪਾਇਆ ਹਰ ਸਿਉ ਬਣ ਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਛਤਰ ਤਖ਼ਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਬਾਰੇ ਸਤ ਸੰਗੀ ਜਨੋ, ਆਪਾਂ ਸਾਰੇ ਹੀ ਵਡਭਾਗੇ ਹਾਂ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਦੱਖਣੇ ਦੀ ਵਾਰ ਦੀ ਆਪ ਸੰਗਤਾਂ ਵਿਚਾਰ ਸ਼ਰਵਣ ਕਰਦੀਆਂ ਆ ਰਹੀਆਂ ਹਨ। ਸਤਿਗੁਰੂ ਮਹਾਰਾਜ ਦੀ ਕਿਰਪਾ ਸਦਕਾ ਪਰਸੋਂ ਵਾਲੇ ਦੀਵਾਨਾਂ ਦੇ ਵਿੱਚ ਸਤਿਗੁਰੂ ਦੀ ਰਹਿਮਤ ਸਦਕਾ 15 ਸ਼ਲੋਕਾਂ ਦੀ ਵਿਚਾਰ ਹੋਈ ਸੀ। ਅੱਜ ਪਾਤਸ਼ਾਹ ਜੀ 16ਵੇਂ ਸ਼ਲੋਕ ਦੁਆਰਾ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ
ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੱਖਣੇ ਮਹੱਲਾ ਪੰਜਵਾ। ਪ੍ਰਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਏ। ਜਨਮ ਮਰਨ ਮਲ ਉਤਰੈ ਸੱਚੇ ਕੇ ਗੁਣ ਗਾਏ। ਦੱਖਣੇ ਦੀ ਵਾਰ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਇਹ ਪਾਵਨ ਸ਼ਲੋਕ ਸਤਿਗੁਰੂ ਮਹਾਰਾਜ ਦੇ ਪਾਵਨ ਅੰਕ 1099 ਤੋਂ ਆਰੰਭ ਹੁੰਦਾ ਹੈ ਤੇ 1100 ਤੇ ਜਾ ਕੇ ਇਸ ਪਾਵਨ ਸ਼ਬਦ ਦੀ ਸਮਾਪਤੀ ਹੈ। ਸਤਿਗੁਰੂ ਮਹਾਰਾਜ ਜੀ ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਅੰਮ੍ਰਿਤ ਵੇਲੇ ਦੀ ਮਹੱਤਤਾ ਦੱਸਦੇ ਨੇ। ਦੱਸਿਆ ਸਾਨੂੰ ਕਿ ਇਹ ਜੀਵ ਨਾਮ ਦਾ ਬੀਜ ਬੀਜਣ ਦੇ ਲਈ ਤੈਨੂੰ ਪ੍ਰਭਾਤ ਦਾ ਸਮਾਂ ਜਿਹੜਾ ਅੰਮ੍ਰਿਤ ਵੇਲੇ ਦਾ ਸਮਾਂ ਹੈ ਉਸ ਸਮੇਂ ਦੀ ਸੰਭਾਲ ਕਰਨੀ ਪਵੇਗੀ। ਸਤਿਗੁਰੂ ਮਹਾਰਾਜ ਨੇ ਪਾਵਨ ਪੰਕਤੀ 'ਚ ਇੱਕ ਤਾਂ ਇਹ ਆਖਿਆ ਕਿ ਪ੍ਰਭਾਤੇ ਪ੍ਰਭ ਨਾਮ ਜਪ। ਪ੍ਰਭਾਤੇ ਭਾਵ ਅੰਮ੍ਰਿਤ ਵੇਲੇ ਨਾਮ ਜਪਣਾ ਹੈ। ਤੇ ਦੂਜਾ ਬਚਨ ਗੁਰ ਕੇ ਚਰਨ ਧਿਆਏ। ਜਿੱਥੇ ਨਾਮ ਜਪਣਾ ਉੱਥੇ ਗੁਰੂ ਸਾਹਿਬਾਨ ਦੇ ਚਰਨਾਂ ਦਾ ਧਿਆਨ ਧਾਰਨ ਕਰਨਾ, ਓਟ ਆਸਰਾ ਤੱਕਣਾ। ਤੇ ਸਤਿਗੁਰੂ ਜੀ ਫਿਰ ਇਸ ਤਰੀਕੇ ਨਾਲ ਅੰਮ੍ਰਿਤ ਵੇਲੇ ਨਾਮ ਜਪ ਕੇ ਗੁਰੂ ਦੇ ਚਰਨਾਂ ਦਾ ਓਟ ਆਸਰਾ ਤੱਕ ਕੇ ਮਿਲੇਗਾ ਕਿ ਕੀ ਪ੍ਰਾਪਤ ਹੋਵੇਗਾ। ਤੇ ਪਾਤਸ਼ਾਹ ਕਹਿੰਦੇ ਨੇ ਜਨਮ ਮਰਨ ਮਲ ਉਤਰੈ। ਜਿਹੜੀ ਇਹ ਜੀਵ ਤੇਰੇ ਮਨ ਨੂੰ ਤੇਰੇ ਅੰਤःਕਰਨ ਦੇ ਵਿੱਚ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ ਨਾ, ਜਿਹਦੇ ਕਰਕੇ ਤੂੰ ਬਾਰ-ਬਾਰ ਜੰਮਦਾ ਮਰਦਾ ਹੈ। ਤੇਰੇ ਅੰਦਰ ਇਹ ਵਿਸ਼ੇ ਜਿਹੜੇ ਹਾਵੀ ਹੋ ਰਹੇ ਹਨ, ਇਹ ਮੈਲ ਜਿਹੜੀ ਲੱਥ ਜਾਵੇਗੀ, ਉਤਰ ਜਾਵੇਗੀ ਜਦੋਂ ਸੱਚੇ ਪਰਮੇਸ਼ਰ ਦੇ ਗੁਣਾਂ ਦਾ ਤੂੰ ਗਾਇਨ ਕਰਦਾ ਜਾਵੇਗਾ। ਜਿਉਂ-ਜਿਉਂ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦਾ ਜਾਵੇਗਾ ਤਿਉਂ-ਤਿਉਂ ਤੇਰੇ ਹਿਰਦੇ ਅੰਦਰੋਂ ਇਹ ਮੈਲ ਉਤਰ ਜਾਵੇਗੀ। ਹੁਣ ਗੁਰੂ ਸਾਹਿਬਾਨ ਜੀ ਅੰਮ੍ਰਿਤ ਵੇਲੇ ਦੀ ਮਹੱਤਤਾ ਬਾਬਤ ਬਚਨ ਕਰਦੇ ਨੇ। ਸਤਿਗੁਰੂ ਨੂੰ ਪੁੱਛੋ ਤੇ ਪਾਤਸ਼ਾਹ ਕਹਿੰਦੇ ਨੇ ਚਾ ਲਾਗੇ ਉਠ ਨਾਮ ਜਪ ਨਿਸ ਬਾਸਰ ਆਰਾਧ ਕਾਰਾ ਤੁਜੈ ਨ ਵਿਆਪਈ ਨਾਨਕ ਮਿਟੈ ਉਪਾਦ। ਕਹਿੰਦੇ ਤੈਨੂੰ ਕਿਸੇ ਪ੍ਰਕਾਰ ਦੀ ਕਾਰਾ ਚਿੰਤਾ ਝੋਰਾ ਨਹੀਂ ਵਿਆਪੇਗਾ ਜੇ ਤੂੰ ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮਾਤਮਾ ਦੇ ਨਾਮ ਨੂੰ ਜਪੇਗਾ। ਅੰਮ੍ਰਿਤ ਵੇਲੇ ਆਪਾਂ ਸ਼ੁਰੂਆਤ ਕਰਨੀ ਹੈ ਤੇ ਗੁਰੂ ਸਾਹਿਬਾਨ ਕਹਿੰਦੇ ਫਿਰ ਤੂੰ ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਤਿਕਾਮ। ਇਸ ਤਰੀਕੇ ਦੇ ਨਾਲ ਤੂੰ ਜਪਦਾ ਰਹਿਣਾ। ਕੋਈ ਵੀ ਤੇਰਾ ਜਿਹੜਾ ਸਾਹ ਹੈ ਇਹ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਵਿਅਰਥ ਨਹੀਂ ਜਾਣਾ ਚਾਹੀਦਾ। ਹਰੇਕ ਸਾਹ ਦੇ ਰਾਹੀਂ ਤੈਨੂੰ ਉਹ ਵਾਹਿਗੁਰੂ ਚੇਤੇ ਗੁਰੂ ਚੇਤੇ ਆਉਣਾ ਚਾਹੀਦਾ ਹੈ। ਇਸ ਕਰਕੇ ਅੰਮ੍ਰਿਤ ਵੇਲਾ ਜਿਹਦੇ ਬਾਬਤ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਤੇ ਸਤਿਗੁਰੂ ਕਹਿੰਦੇ ਨੇ ਅੰਮ੍ਰਿਤ ਵੇਲੇ ਸੱਚੇ ਨਾਮ ਦੀ ਵਡਿਆਈ ਕਰਨੀ, ਜਸ ਕਰਨੀ ਤੇ ਗੁਣਾਂ ਦੀ ਵਿਚਾਰ ਕਰਨੀ, ਇਹੀ ਜੀਵ ਦਾ ਅਸਲ ਜੀਵਨ ਹੈ। ਬਹੁਤ ਸਾਰੇ ਪ੍ਰਮਾਣ ਸਾਨੂੰ ਪ੍ਰਾਪਤ ਹੁੰਦੇ ਨੇ। ਜਿਵੇਂ ਬਾਬਾ ਫਰੀਦ ਸਾਹਿਬਾਨ ਜੀ ਕਹਿੰਦੇ ਨੇ, ਤਾੜਨਾ ਕਰਕੇ ਸਮਝਾਉਂਦੇ ਨੇ, ਕਹਿੰਦੇ ਨੇ ਫਰੀਦਾ ਪਿਛੜ ਰਾਤ ਨਾ ਜਾਗਿਓ ਹੋਏ ਜੀਵ ਦੜੋ ਮੋਇਓ ਹੋਏ ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੋਏ। ਲਾਹਣਤ ਪਾਈ ਉਸ ਬੰਦੇ ਨੂੰ ਜਿਹੜਾ ਜੀਵ ਪਿਛਲ ਰਾਤ ਪਹਿਰ ਰਾਤ ਰਹਿੰਦੀ ਤੋਂ ਨਹੀਂ ਜਾਗਦਾ, ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਕਰਦਾ।
ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਉਸ ਮਾਲਕ ਦੀ ਇਬਾਦਤ ਨਹੀਂ ਕਰਦਾ, ਉਸ ਜੀਵ ਨੂੰ ਲਾਹਣਤ ਪਾ ਦਿੱਤੀ। ਕਹਿੰਦੇ ਉਹ ਜੀਵ ਕੀ ਕਿਹੋ ਜਿਹਾ? ਕਹਿੰਦੇ ਜੀਵ ਦੜੋ ਮੋਇਓ, ਜਿਉਂਦਾ ਹੀ ਮੁਰਦਿਆਂ ਦੀ ਨਿਆਈ ਹੈ। ਜਿਉਂਦਾ ਮੁਰਦਿਆਂ ਦੀ ਨਿਆਈ, ਡੈਡ ਬੋਡੀ ਹੈ। ਪਰ ਕਹਿੰਦੇ ਇੱਕ ਗੱਲ ਯਾਦ ਰੱਖੀ, ਐ ਬੰਦੇ, ਜੇ ਤੈ ਰੱਬ ਵਿਸਾਰੇ, ਜੇ ਤੈ ਰੱਬ ਨੂੰ ਵਿਸਾਰ ਦਿੱਤਾ ਨਾ, ਤੇ ਰੱਬ ਨੇ ਤੈਨੂੰ ਨਹੀਂ ਵਿਸਾਰਿਆ, ਤਾਂ ਰੱਬ ਨਾ ਵਿਸਰਿਓ, ਰੱਬ ਨੇ ਨਹੀਂ ਵਿਸਾਰਿਆ। ਆਪਾਂ ਭੁੱਲੇ ਫਿਰਦੇ ਹਾਂ ਪਰਮਾਤਮਾ ਨੂੰ, ਤੇ ਪਰਿਪੂਰਨ ਪਰਮਾਤਮਾ ਸਾਨੂੰ ਸਾਰਿਆਂ ਨੂੰ ਜਾਣਦਾ ਪਹਿਚਾਣਦਾ ਹੈ। ਉਹ ਹਰ ਸਮੇਂ ਸਾਡੇ ਕੋਲ ਰਹਿਣ ਵਾਲਾ। ਇਸ ਕਰਕੇ ਬਹੁਤ ਵੱਡੀ ਮਹੱਤਤਾ ਅੰਮ੍ਰਿਤ ਵੇਲੇ ਦੀ ਹੈ। ਜੇ ਆਪ ਜੀਵਨ ਕਾਲ ਦੇ ਵਿੱਚ ਮਨੁੱਖ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਬਹੁਤ ਸਾਰੇ ਧਰਮ ਦੇ ਨਿਮਿੱਤ ਕਰਮ ਕਾਂਡ ਕਰਦਾ ਹੈ। ਇੱਕ ਤਾਂ ਧਰਮ ਦੇ ਨਾਂ 'ਤੇ ਕਰਮ ਕਰਨੇ, ਜਿਹੜੇ ਕਰਮਾਂ ਨੂੰ ਕਰਨ ਦੇ ਨਾਲ ਸਾਨੂੰ ਜੇ ਗੁਰੂ ਚੇਤੇ ਆਉਂਦਾ ਹੈ, ਗੁਰੂ 'ਚ ਟਹਿਲ ਸੇਵਾ ਕਰਦੇ ਹਾਂ, ਹੋਰ ਸੇਵਾਵਾਂ ਕਰਦੇ ਹਾਂ, ਸਾਨੂੰ ਗੁਰੂ ਚੇਤੇ ਆ ਰਿਹਾ ਹੈ, ਪਰਮੇਸ਼ਰ ਚੇਤੇ ਆ ਰਿਹਾ ਹੈ, ਫਿਰ ਤਾਂ ਉਹ ਕਰਮ ਕਾਂਡ ਨਹੀਂ ਹੈ। ਪਰ ਜੇਕਰ ਉਹ ਦਿਖਾਵੇ ਮਾਤਰ ਹੀ ਸਾਰੇ ਕਰਮ ਕਰਦਾ ਰਿਹਾ, ਜਬ ਤੱਕ ਸੰਜਮ ਇਤਿਆਦਿ ਕਰਦਾ ਰਿਹਾ, ਗੁਰੂ ਚੇਤੇ ਨਹੀਂ ਆ, ਪਰਮੇਸ਼ਰ ਚੇਤੇ ਨਹੀਂ ਆਇਆ, ਉਹ ਜਿਹੜਾ ਕਰਮ ਹੈ ਫਿਰ ਕਾਂਡ ਬਣ ਗਿਆ। ਕਰਮ ਕਾਂਡ ਫਿਰ ਉਹੋ ਜਿਹਾ ਕੀਤਾ ਹੋਇਆ ਕਰਮ ਕਾਂਡ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਨਹੀਂ ਹੁੰਦਾ ਹੈ। ਗੁਰੂ ਅੰਗਦ ਦੇ ਮਹਾਰਾਜ ਸਮੇਂ ਇੱਕ ਸਿੱਖ ਚੱਲ ਕੇ ਆਇਆ, ਹਾਲੇ ਸਿੱਖੀ ਨਹੀਂ ਧਾਰਨ ਕੀਤੀ ਹੈ, ਪਹਿਲਾਂ ਉਹ ਕਰਮ ਕਾਂਡਾਂ ਵਿੱਚ ਖਚਤ ਹੈ। ਨਾਮ ਹੈ ਭਾਈ ਕੇਦਾਰੀ। ਭਾਈ ਕੇਦਾਰੀ ਜੀ ਕਰਮ ਕਾਂਡਾਂ ਵਿੱਚ ਹਨ। ਹਿੰਦੂ ਮਤ ਦੇ ਜਿੰਨੇ ਧਰਮ ਦੇ ਨਿਮਿੱਤ ਜਿੰਨੇ ਕਰਮ ਕੀ ਉਹ ਸਾਰੇ ਕਰਮ ਕਰਦਾ, ਪਰ ਮਨ ਨੂੰ ਸਕੂਨ ਨਹੀਂ, ਮਨ ਨੂੰ ਸ਼ਾਂਤੀ ਨਹੀਂ। ਜਿਹਦੀ ਭਾਲ ਵਿੱਚ ਲੱਗਿਆ ਹੋਇਆ ਸੀ ਉਹ ਪ੍ਰਾਪਤ ਨਹੀਂ ਹੋ ਰਿਹਾ। ਅਤੇ ਇਸ ਤਰ੍ਹਾਂ ਨਿੱਤਾ ਪ੍ਰਤੀ ਅੰਮ੍ਰਿਤ ਵੇਲੇ ਵੀ ਉੱਠਦਾ ਹੈ, ਸੰਭਾਲ ਵੀ ਕਰਦਾ ਹੈ, ਪਰ ਕਰਮ ਕਾਂਡ ਹੀ ਹੈ। ਅਤੇ ਇੱਕ ਦਿਨ ਸਤਿਗੁਰੂ ਧੰਨ ਗੁਰੂ ਅੰਗਦ ਦੇ ਮਹਾਰਾਜ ਦੀ ਮਹਿਮਾ ਵਡਿਆਈ ਗੁਰਸਿੱਖਾਂ ਪਾਸੋਂ ਸੁਣੀ ਕਿ ਗੁਰੂ ਅੰਗਦ ਦੇ ਮਹਾਰਾਜ ਖਡੂਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਨੇ। ਗੁਰੂ ਸਾਹਿਬਾਨ ਦੀ ਹਜ਼ੂਰੀ ਦੇ ਵਿੱਚ ਸੰਗਤਾਂ ਚੱਲ ਕੇ ਆਉਂਦੀਆਂ, ਜਿੱਥੇ ਸਤਿਗੁਰ ਦੇ ਦਰ 'ਤੇ ਸੰਗਤਾਂ ਨੂੰ ਨਾਮ ਦੀ ਖੁਰਾਕ ਪ੍ਰਤੱਖ ਤੌਰ 'ਤੇ ਤਨ ਦੀ ਖੁਰਾਕ ਵੀ ਮਿਲਦੀ ਹੈ ਅਤੇ ਨਾਮ ਦੀ ਖੁਰਾਕ ਵੀ ਮਿਲਦੀ ਹੈ। ਅਤੇ ਮੈਂ ਵੀ ਜਾ ਕੇ ਦੇਖਣਾ ਕਰਾਂ, ਗੁਰੂ ਸਾਹਿਬਾਨ ਦੇ ਦਰਸ਼ਨ ਦੀਦਾਰੇ ਕਰਾਂ। ਜਿਹੜੇ ਮੇਰੇ ਮਨ 'ਚ ਬਲਬਲੇ ਪੈਦਾ ਹੋਏ ਨੇ, ਸਵਾਲ ਪੈਦਾ ਹੋਏ ਨੇ, ਇਹਨਾਂ ਸਵਾਲਾਂ ਦਾ ਉੱਤਰ ਮੈਂ ਪਾਤਸ਼ਾਹ ਕੋਲ ਜਾ ਕੇ ਲੈਣਾ ਕਰਾਂ। ਕਹਿੰਦੇ ਨੇ ਇਹ ਖਡੂਰ ਸਾਹਿਬ ਦੀ ਧਰਤੀ 'ਤੇ ਪਹੁੰਚੇ ਆ। ਗੁਰੂ ਅੰਗਦ ਦੇ ਮਹਾਰਾਜ ਸਿੰਘਾਸਣ 'ਤੇ ਬਿਰਾਜਮਾਨ, ਦੀਵਾਨ ਸਜੇ ਹੋਏ ਹਨ। ਸਜੇ ਹੋਏ ਦੀਵਾਨਾਂ ਵਿੱਚ ਜਾ ਕੇ ਨੇ ਸਤਿਗੁਰੂ ਨਮਸਕਾਰ ਕੀਤੀ। ਨਮਸਕਾਰ ਕੀਤੀ ਹੈ ਅਤੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠ ਗਏ ਆ। ਅਤੇ ਕੁਝ ਸਮਾਂ ਸਤਿਗੁਰੂ ਜੀ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ। ਉਪਦੇਸ਼ ਦੇਣ ਉਪਰੰਤ ਫਿਰ ਸਮਾਂ ਪਾ ਕੇ, ਅਵਸਰ ਪਾ ਕੇ ਇਸ ਭਾਈ ਕੇਦਾਰੀ ਨੇ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਪਾਤਸ਼ਾਹ ਜੀ, ਮੈਂ ਸਾਰੇ ਕਰਮ ਕਰਦਾ ਹਾਂ ਜਿਹੜੇ ਸਾਡੀ ਮੱਤ ਅਨੁਸਾਰ ਨੇ, ਜਪ ਕਰਨਾ, ਤਪ ਕਰਨਾ, ਸੰਜਮ ਰੱਖਣੇ ਇਤਿਆਦਿਕ, ਇਹ ਸਾਰੇ ਮੈਂ ਕਰਮ ਕਰਦਾ। ਪਰ ਸਤਿਗੁਰੂ ਮੇਰੇ ਮਨ ਦੀ ਭਟਕਣਾ ਇੰਨੀ ਹੈ ਕਿ ਮਨ ਮੇਰਾ ਠਹਿਰਾਅ ਵਿੱਚ ਨਹੀਂ, ਟਿਕਾ ਵਿੱਚ ਨਹੀਂ ਹੈ, ਮਨ ਨੂੰ ਸ਼ਾਂਤੀ ਨਹੀਂ ਮਿਲ ਰਹੀ ਹੈ, ਮਨ ਭਟਕਣਾ ਦੇ ਵਿੱਚ ਹੈ। ਅਤੇ ਪਾਤਸ਼ਾਹ ਜੀ ਕੋਈ ਕਿਰਪਾ ਕਰੋ ਤਾਂ ਕਿ ਮੇਰਾ ਮਨ ਟਿਕਾ ਵਿੱਚ, ਠਹਿਰਾਅ ਵਿੱਚ ਆ ਜਾਵੇ। ਅਤੇ ਗੁਰੂ ਅੰਗਦ ਦੇ ਮਹਾਰਾਜ ਨੇ ਉਸ ਟਾਈਮ ਬਚਨ ਕੀਤੇ, ਕਹਿਣ ਲੱਗੇ ਕਿ ਭਾਈ ਕੇਦਾਰੀ, ਸਭ ਤੋਂ ਪਹਿਲਾਂ ਤਾਂ ਆਪਣੇ ਜੀਵਨ ਦੀ ਸ਼ੁਰੂਆਤ ਕਰਨੀ ਹੈ ਅੰਮ੍ਰਿਤ ਵੇਲੇ ਉੱਠ ਕੇ। ਕੋਈ ਵੀ ਇਹ ਤੇ ਕਰਮ ਕਾਂਡ ਨਹੀਂ ਕਰਨਾ, ਅਤੇ ਬਸ ਇੱਕ ਕੰਮ ਕਰਨਾ, ਅੰਮ੍ਰਿਤ ਵੇਲੇ ਉੱਠ ਕੇ ਨਾਮ ਬਾਣੀ ਦਾ ਅਭਿਆਸ ਕਰਨਾ ਹੈ। ਨਾਮ ਜਪਣਾ ਅੰਮ੍ਰਿਤ ਵੇਲੇ ਉੱਠ ਕੇ। ਜੇ ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਬੈਠੇਗਾ, ਤੇਰੇ ਮਨ ਦੀ ਭਟਕਣਾ ਹੌਲੀ ਹੌਲੀ ਇਹ ਦੂਰ ਹੁੰਦੀ ਜਾਵੇਗੀ।
फिर गुरु सवारियो ते पातशाह नाल ये बचन कीते, जिथे अंमृत वेले उठ के नाम जपना, उत्थे पातशाह कहते दिन वेले तो कुछ कु समा करना गुरु के निमित्त टहल सेवा करनी है, लोड़वंदां की सहायता करनी है, इहो जिहियां सेवावां करनियां हन, फिर तेरे मन नूं शांति प्राप्त होवेगी। हुण भाई केदारी जी ने सिੱਖੀ धारण की, गुरु के बचनों नूं अपने लड़ बन लिया, पल्ले बन लिया। कहंदे ने सारा दिन उड़ीक करदा रहा, रात आई रात सुता, अमृत वेले गुरु के बचनों नूं कमाया, अमृत वेले उठ के नाम की कमाई करन लग पिया। जो गुरमंत्र गुरु ने देना कीता, वाहे गुरु गुरमंत्र है जप हो मैं खोई। इस मंत्र के बाबत भाई साहब भाई गुरदास जी कहते हैं कि वेद कतेब अगोचरा, वाहे गुरु गुर शब्द सुनाया, जिहदे बाबत धन गुरु रामदास पातशाह सोढ़ी सुल्तान जी बचन करते हैं कि जप मन सतनाम सदा सतनाम, हालत पालत मुख उज्जल होई है, नित ध्याईऐ हर पुरख निरंजना। कि उसे मंत्र का जाप अज भाई केदारी जी करन लगे ने। जदों मंत्र का जाप करते ने, मन च अनेकां प्रकार के फुरने पैदा होंदे ने, फिर गुरु के बचनों को फिर करदा। पर अज पहलां नाल पहले दिन बंदगी कीती है, जिन्ना समा आधा घंटा घंटा जिन्ना भी समा पात मिलिया, अमृत वेले संभाल की, मन भड़कना दे विच है, पर पहलां नालों भड़कना घट गई। पहले दिन ही गुरु की कृपा हो गई, पहलां नालों भटकना घटी है। तो फिर इस तरह खुशी हुई मन विच कि गुरु ने कृपा कर दी है, भटकना घटी जरूर है। फिर दूजे दिन फिर इस तरह, तीजे दिन चौथे दिन फिर कुछ कु समा लंघिया तो गुरु से अज ऐसी अवस्था बन गई, प्रभाते प्रभ नाम जप गुर के चरण ते आए। फिर इहो जी अवस्था बन गई, कहते अज अमृत वेले भाई केदारी जी बैठे ने, चौंकड़ा मार के बैठ गए ते मुखों वाहे गुरु वाहे गुरु वाहे गुरु इस तरीके नाल जपदे ने। अज जिहड़े खिंडियां होईयां बिरतियां सी ना, खिंडियां होईयां बिरतियां एक थां ते इकत्तर हो गईयां, ध्यान गुरु अंगद दे महाराज दे चरणां दा धारण कर लिया। तो ऐसी खेड वरती गुरु अंगद दे महाराज दे चरणां दे विच ही मन खुभ गया, मन खुभिया। हुण जदों मन गुरु पातशाह चरणां विच खुभिया होया, शरीर है, शरीर की कोई सोझी नहीं, मन करके सतगुर दे चरणां विच ते अज वखरा अनुभव प्राप्त होया, जिन्हों कहते अनुभव प्रकाश हो गया हिरदे अंदर, वखरा अनुभव प्राप्त होया। जदों हुण प्रभात का समा लंघिया, सवेर होई, सूरज दीयां किरणां धरती उत्ते पईयां, ते उस समय फिर इहदी समाधि खुली है। कहंदे उस समय उठिया, गुरु के दरबार सज गया, गुरु पातशाह जी अपने सिंघासन ते आए ने। अज भाई केदारी जी ने सतगुर दे चरणां च आके मत्था टेकिया ते कहण लग्या, मेरे पातशाह जिहड़ी बख्शिश अज तुसां ने मेरे उत्ते कीती है ना, मेरे ते कृपा करो ते सदीवी काल लई मेरी इहो जी अवस्था बनी रवे, सदीवी काल लई। ते धन गुरु अंगद दे महाराज ने फिर बचन कीते, कहण लगे भाई केदारी फिर सदीवी काल जिन्ना तैनूं स्वासां रूपी पूंजी मिली है, ते गल याद रखनी है, कदे भी ते अमृत वेला नहीं खुंझण देना। अमृत वेले उठ के नाम बाणी का अभ्यास करना है, तेरी अवस्था इस तरह बनी रहेगी। तो भाई केदारी जी इस तरह बचनों नूं कमाउंदे रहे। जदों सतगुरु महाराज ने सिੱਖੀ ਦੇ प्रचार ਦੇ ਲਈ अपने सिੱਖਾਂ ਨੂੰ प्रचारक थापिया, थावां थावां ते भेजे आ। उन्हां प्रचारकां 'ਚ मुख सन भाई केदारी जी। ये भी गुरु घर का प्रचार करते सन। एडी वड्डी थान नूं प्राप्त हो गई। कारण की सी? क्योंकि गुरु पातशाह दे चरणां दा ध्यान धारण किया, अमृत वेले की संभाल की है। जिन्हां ने अमृत वेले दे गुरु सवारियो
ਸੰਭਾਲ ਕਰ ਲਈ, ਉਹਨਾਂ ਦਾ ਜੀਵਨ ਫਿਰ ਅੰਮ੍ਰਿਤ ਬਣ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਤੂੰ ਆਪਣੇ ਜੀਵਨ ਕਾਲ 'ਚ ਪਹਿਲਾਂ ਪ੍ਰਭਾਤੇ ਪ੍ਰਭ ਨਾਮ ਜਪ। ਪ੍ਰਭਾਤ ਵੇਲੇ, ਅੰਮ੍ਰਿਤ ਵੇਲੇ ਤੂੰ ਉਸ ਮਾਲਕ ਦਾ ਨਾਮ ਜਪ। ਗੁਰ ਕੇ ਚਰਨ ਧਿਆਏ, ਦੂਜਾ ਗੁਰੂ ਦੇ ਚਰਨਾਂ ਦਾ ਧਿਆਨ ਧਾਰਨ ਕਰ। ਫਿਰ ਕੀ ਹੋਵੇਗਾ? ਕਹਿੰਦੇ ਜਨਮ ਮਰਨ ਮਲ ਉਤਰੈ। ਫਿਰ ਤੇਰੇ ਜਨਮਾਂ ਜਨਮਾਂਤਰਾਂ ਜਿਹੜੀ ਤੈਨੂੰ ਮੈਲ ਲੱਗੀ ਹੋਈ ਹੈ ਤੇਰੇ ਮਨ ਨੂੰ, ਕਹਿੰਦੇ ਉਤਰੈ, ਇਹ ਲੱਥ ਜਾਵੇਗੀ। ਅਤੇ ਸੱਚੇ ਪਰਮਾਤਮਾ ਦੇ ਗੁਣ ਗਾਇਨ ਕਰਨ ਦੇ ਨਾਲ ਤੇਰੀ ਇਹ ਸਾਰੀ ਮੈਲ ਉਤਰੇਗੀ। ਤੇਰਾ ਜਿਹੜਾ ਮਨ ਬਿਲਕੁਲ ਹਲਕਾ ਹੋ ਜਾਵੇਗਾ। ਤੇਰੇ ਉੱਤੇ ਫਿਰ ਉਸ ਮਾਲਕ ਦੀ ਐਡੀ ਵੱਡੀ ਬਖਸ਼ਿਸ਼ ਹੋਵੇਗੀ ਕਿ ਤੇਰਾ ਸੰਸਾਰ ਵਿੱਚ ਆਇਆ ਸਫਲਾ ਹੋ ਜਾਵੇਗਾ। ਅਤੇ ਸਤਿਗੁਰੂ ਮਹਾਰਾਜ ਜੀ ਅਗਲੇ ਸ਼ਬਦ ਵਿੱਚ, ਅਗਲੇ ਮਹੱਲੇ ਵਿੱਚ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਮਹੱਲਾ ਪੰਜਵਾ। ਦੇਹ ਅੰਧਾਰੀ ਅੰਧ, ਸੁੰਨੀ ਨਾਮ ਬਿਹੂਣੀਆਂ, ਨਾਨਕ ਸਫਲ ਜਨਮ, ਜੈ ਘਟ ਬੁੱਠਾ ਸੱਚ ਧਣੀ। ਪੰਜਵੇਂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ। ਪਹਿਲਾਂ ਦੱਸਿਆ ਕਿ ਅੰਮ੍ਰਿਤ ਵੇਲੇ ਸੰਭਾਲ ਕਰਨੀ, ਨਾਮ ਜਪਣਾ, ਪਰਮਾਤਮਾ ਦੇ ਗੁਰੂ ਦੇ ਚਰਨਾਂ ਦਾ ਧਿਆਨ ਕਰਨਾ ਹੈ। ਹੁਣ ਸਤਿਗੁਰੂ ਜੀ ਮਹੱਲੇ ਵਿੱਚ ਦੱਸ ਰਹੇ ਨੇ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਜਿਹੜੀ ਇਹ ਪੰਜ ਭੂਤਕ ਦੇਹੀ ਹੈ ਇਹ ਸੁੰਨੀ ਹੈ। ਜੀਵ ਅੰਧਲਾ ਹੈ, ਜੀਵ ਦੇ ਨੇਤਰਾਂ 'ਚ ਭਰਮ ਦੇ ਫੋਲੇ ਪਏ ਹੋਏ ਹਨ। ਜੀਵ ਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਹੈ। ਹਨੇਰੇ ਦੇ ਵਿੱਚ ਜੀਵ ਟੱਕਰਾਂ ਮਾਰ ਰਿਹਾ ਹੈ। ਨਾਮ ਤੋਂ ਵਿਹੂਣੀ ਇਹ ਦੇਹੀ ਕਿਸੇ ਕੰਮ ਦੀ ਨਹੀਂ ਹੈ, ਕਿਉਂਕਿ ਨਾਮ ਜਪਣਾ ਅਤੀ ਜ਼ਰੂਰੀ ਹੈ। ਜਿਵੇਂ ਕੋਈ ਮਨੁੱਖ, ਨਾਮ ਹੈ ਕੀ ਹੈ? ਨਾਮ ਕਹਿੰਦੇ ਕਿਹਨੂੰ ਨੇ? ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਨਾ, ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਨੇ ਰਮਈਆ ਕੇ ਗੁਣ ਚੇਤ ਪਰਾਨੀ, ਕਬਨ ਮੂਲ ਤੇ ਕਬਨ ਦਿਸਟਾਨੀ, ਜਿੰਤੂ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨ੍ਹਾਂ ਉਬਾਰਿਆ। ਕਹਿੰਦੇ ਜਿਨ੍ਹਾਂ ਤੇਰੀ ਮਾਤਾ ਦੇ ਉਦਰ ਦੇ ਵਿੱਚ ਵੀ ਤੇਰੀ ਰੱਖਿਆ ਕੀਤੀ। ਕਹਿੰਦੇ ਐ ਭਾਈ ਉਸ ਪਰਮੇਸ਼ਰ ਦੇ ਤੂੰ ਗੁਣਾਂ ਦਾ ਗਾਇਨ ਕਰਨਾ ਕਰ। ਰਮੇ ਹੋਏ ਪਰਮੇਸ਼ਰ ਨੂੰ ਇਸ ਚੇਤੇ ਕਰਨਾ ਕਰ। ਬਾਰ ਵਸਤਾ ਤੁਝ ਹੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਪਿਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕੋ ਦੈਨ। ਕਹਿੰਦੇ ਪਰਮਾਤਮਾ ਐਡਾ ਵੱਡਾ, ਜਦੋਂ ਤੂੰ ਬਾਲਕ ਅਵਸਥਾ ਦੇ ਵਿੱਚ ਸੀ ਉਦੋਂ ਤੈਨੂੰ ਮਾਲਕ ਨੇ ਖੁਰਾਕ ਦੇਣਾ ਕੀਤੀ, ਤੇਰੀ ਰੋਜੀ ਰੋਟੀ ਦਾ ਪ੍ਰਬੰਧ ਕੀਤਾ, ਮਾਤਾ ਦੇ ਅਸਥਨਾਂ ਦੇ ਵਿੱਚ ਤੇਰੀ ਖੁਰਾਕ ਪੈਦਾ ਕਰ ਦਿੱਤੀ, ਜਿਹਦੇ ਰਾਹੀਂ ਤੇਰੀ ਭੁੱਖ ਮਿਟੀ ਹੈ। ਕਹਿੰਦੇ ਹੁਣ ਜੋਬਨ ਵਿੱਚ ਅਵਸਥਾ ਵਿੱਚ ਆਇਆ, ਜਵਾਨੀ ਵਿੱਚ ਵੀ ਤੈਨੂੰ ਪਰਮਾਤਮਾ ਨੇ ਸੋਚਣ ਅਤੇ ਸਮਝਣ ਦੀ ਸ਼ਕਤੀ ਬਖਸ਼ਿਸ਼ ਕੀਤੀ। ਮਨਪਸੰਦ ਭੋਜਨ ਛਕਦਾ, ਮਨਪਸੰਦ ਤੂੰ ਪਹਿਨਦਾ ਹੈ, ਅਤੇ ਤੇਰਾ ਫਰਜ਼ ਬਣਦਾ ਉਸ ਪਰਮਾਤਮਾ ਦਾ ਧੰਨਵਾਦ ਕਰਨਾ। ਹੁਣ ਬੁਢਾਪੇ ਵਿੱਚ ਅੱਗੇ ਆ ਕੇ ਜੇ ਤੈਨੂੰ ਪਰਮਾਤਮਾ ਨੇ ਬਚਪਨ ਵੀ ਤੇਰੀ ਸੰਭਾਲ ਕੀਤੀ, ਜਵਾਨੀ 'ਚ ਸੰਭਾਲ ਕੀਤੀ ਹੈ, ਕਿ ਬੁਢਾਪੇ ਵਿੱਚ ਸੰਭਾਲ ਨਹੀਂ ਕਰੇਗਾ। ਜੇ ਤੂੰ ਉਸ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਦਾ ਰਿਹਾ, ਸਿਫਤ ਸਲਾਹ ਕਰਦਾ ਰਿਹਾ, ਅਤੇ ਸੱਚ ਜਾਣੀ ਨਾਮ ਦਾ ਸਹਾਰਾ ਬੁਢਾਪੇ ਵਿੱਚ ਤੇਰਾ ਬਣੇਗਾ। ਬੁਢਾਪੇ ਵਿੱਚ ਵੀ ਤੇਰੀ ਪਰਮਾਤਮਾ ਨੇ ਬਾਂਹ ਪਕੜਨੀ ਹੈ। ਇਸ ਕਰਕੇ ਗੁਰੂ ਸਵਾਰੇ ਐਸੇ ਰਮੇ ਹੋਏ ਪਰਮੇਸ਼ਰ ਦੇ ਸਾਨੂੰ ਗੁਣਾਂ ਦਾ ਗਾਇਨ ਕਰਨਾ ਚਾਹੀਦਾ। ਨਾਮ ਕੀ ਹੈ ਕਿ ਜ਼ਿੰਦਗੀ 'ਚ ਸਵੇਰ ਤੋਂ ਲਾ ਕੇ ਸ਼ਾਮ ਤੱਕ ਸਾਰੀ ਰਾਤ 24 ਘੰਟੇ ਇੱਕ ਦਿਨ ਅਤੇ ਰਾਤ 'ਚ ਬਣਦੇ ਨੇ। 12 ਘੰਟੇ ਦਿਨ ਦੇ ਅਤੇ 12 ਘੰਟੇ ਰਾਤ ਦੇ। ਅਤੇ ਸਤਿਗੁਰੂ ਕਹਿੰਦੇ ਤੂੰ 24 ਘੰਟੇ ਤੂੰ ਪਰਮਾਤਮਾ ਦੇ ਨਿਯਮਾਂ ਦੀ ਪਾਲਣਾ ਕਰਨਾ ਕਰ, ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿ, ਰਜਾ ਵਿੱਚ ਰਹਿ, ਭਾਣੇ ਤੋਂ ਉਲਟ ਕਰਮ ਨਾ ਕਰਨਾ ਕਰ। ਕਹਿੰਦੇ ਜਿਹੜਾ ਇਸ ਤਰ੍ਹਾਂ ਮਰਜ਼ਾਦਾ ਵਿੱਚ ਰਹਿੰਦਾ ਹੈ ਅਤੇ ਉਹੀ ਗੁਰੂ ਸਰ ਅਸਲ ਵਿੱਚ ਮਾਨੋ ਉਸ ਪਰਮਾਤਮਾ ਹੁਕਮ ਵਿੱਚ ਚੱਲਦਾ, ਇਹੀ ਉਸ ਜੀਵ ਲਈ ਨਾਮਦੇਹ ਹੈ। ਇੱਕ ਪਾਸੇ ਆਪਾਂ ਵਾਹਿਗੁਰੂ ਵਾਹਿਗੁਰੂ ਜਪਦੇ ਰਹੀਏ,
ਮੂਲ ਮੰਤਰ, ਗੁਰ ਮੰਤਰ ਜਾਂ ਬਾਣੀ ਪੜ੍ਹ ਜਾਂ ਹੋਰ ਆਪਾਂ ਜਾਪ ਕਰਦੇ ਰਹੀਏ। ਦੂਜੇ ਪਾਸੇ ਆਪਾਂ ਗੁਰੂ ਦੀ ਗੱਲ ਮੰਨਣ ਲਈ ਤਿਆਰ ਨਾ ਹੋਈਏ, ਗੁਰੂ ਦੇ ਹੁਕਮ ਤੋਂ ਉਲਟ ਵੀ ਕੰਮ ਕਰਦੇ ਰਹੀਏ, ਕੀ ਸਾਨੂੰ ਫਿਰ ਗੁਰੂ ਦੀਆਂ ਖੁਸ਼ੀਆਂ ਮਿਲ ਜਾਣਗੀਆਂ? ਗੁਰੂ ਦੀਆਂ ਖੁਸ਼ੀਆਂ ਉਦੋਂ ਮਿਲਣੀਆਂ ਨੇ, ਨਾਮ ਵੀ ਜਪਦੇ ਨੇ ਅਤੇ ਨਾਲ ਗੁਰੂ ਦੇ ਹੁਕਮ ਅਨੁਸਾਰ ਆਪਣੇ ਜੀਵਨ ਨੂੰ ਵੀ ਬਤੀਤ ਕਰ ਰਹੇ ਹਾਂ। ਫਿਰ ਗੁਰੂ ਨੇ ਸਾਡੀਆਂ ਝੋਲੀਆਂ ਭਰਨੀਆਂ ਨੇ। ਅਤੇ ਗੁਰੂ ਕਹਿੰਦਾ ਸਿੱਖਾ ਚੋਰੀ ਨਹੀਂ ਕਰਨੀ, ਸਿੱਖਾ ਝੂਠ ਨਹੀਂ ਬੋਲਣਾ, ਸਿੱਖਾ ਕਿਸੇ ਦਾ ਬੁਰਾ ਨਹੀਂ ਤੱਕਣਾ, ਪਰਾਏ ਦਾ ਭਲਾ ਕਰਨਾ ਹੈ। ਸਾਡੇ ਗੁਰੂ ਦਾ ਹੁਕਮ ਹੈ। ਜੇ ਤਾਂ ਆਪਾਂ ਇਹਨਾਂ ਬਚਨਾਂ ਉੱਤੇ ਪਹਿਰਾ ਦੇ ਰਹੇ ਹਾਂ, ਕਮਾ ਰਹੇ ਹਾਂ, ਫਿਰ ਤਾਂ ਗੁਰੂ ਦੀ ਸਾਡੇ ਉੱਤੇ ਬਖਸ਼ਿਸ਼ ਹੈ। ਪਰ ਜੇ ਇੱਕ ਪਾਸੇ ਆਪਾਂ ਗੁਰੂ ਸਵਾਰੇ ਨਾਮ ਵੀ ਜਪਦੇ ਹਾਂ, ਸੇਵਾਵਾਂ ਵੀ ਕਰਦੇ ਹਾਂ, ਅਤੇ ਦੂਜੇ ਪਾਸੇ ਜਿਹੜੇ ਕੰਮ ਕਰਨ ਤੋਂ ਸਾਡੇ ਗੁਰੂ ਨੇ ਸਾਨੂੰ ਰੋਕਿਆ ਹੋਇਆ, ਝੂਠ ਵੀ ਬੋਲੀ ਜਾ ਰਹੇ, ਚੋਰੀਆਂ ਵੀ ਠੱਗੀਆਂ ਵੀ ਕਰੀ ਜਾ ਰਹੇ ਹਾਂ, ਸਭ ਕੁਝ ਉਲਟ ਕਰਮ ਕਰੀ ਜਾ ਰਹੇ ਹਾਂ, ਕੀ ਸਾਨੂੰ ਗੁਰੂ ਦੀਆਂ ਖੁਸ਼ੀਆਂ ਮਿਲਣਗੀਆਂ? ਨਹੀਂ ਮਿਲ ਸਕਦੀਆਂ ਹਨ। ਪਰਮਾਤਮਾ ਦਾ ਨਾਮ ਵੀ ਇੱਕ ਇਸੇ ਤਰ੍ਹਾਂ ਹੀ ਹੈ। ਜਿਵੇਂ ਇੱਕ ਬੰਦਾ ਬਿਮਾਰ ਹੋ ਗਿਆ, ਬਿਮਾਰ ਹੋਇਆ, ਉਹ ਡਾਕਟਰ ਕੋਲ ਗਿਆ, ਡਾਕਟਰ ਨੇ ਚੈੱਕਅਪ ਕੀਤਾ, ਉਹਦੀਆਂ ਰਿਪੋਰਟਾਂ ਦੇਖੀਆਂ, ਅਤੇ ਇੱਕ ਪਰਚੀ ਦੇ ਉੱਤੇ ਡਾਕਟਰ ਨੇ ਮੈਡੀਸਨ ਲਿਖ ਦਿੱਤੀ ਕਿ ਆਹ ਜਿਹੜੀ ਦਵਾਈ ਹੈ ਤੂੰ ਸਟੋਰ ਤੋਂ ਲੈਣਾ ਕਰ, ਆਹ ਸਵੇਰ ਵੇਲੇ ਖਾਣੀ ਹੈ, ਇਹ ਸੰਧਿਆ ਵੇਲੇ ਖਾਣੀ ਹੈ, ਤੂੰ ਠੀਕ ਹੋ ਜਾਵੇਗਾ। ਹੁਣ ਮੈਡੀਸਨ ਦੀ ਦੁਕਾਨ 'ਤੇ ਜਿਹੜਾ ਬਿਮਾਰ ਇਨਸਾਨ ਸੀ ਉਹ ਦਵਾਈ ਲੈਣ ਚਲਿਆ ਗਿਆ, ਦਵਾਈ ਲਈ ਹੈ, ਅਤੇ ਦਵਾਈ ਲੈ ਕੇ ਘਰ ਵਿੱਚ ਰੱਖ ਲਈ, ਦਵਾਈ ਖਾਧੀ ਨਹੀਂ। ਹੁਣ ਡਾਕਟਰ ਦੇ ਲਿਖੇ ਹੋਏ ਅੱਖਰਾਂ ਦੇ ਰਾਹੀਂ ਉਹ ਠੀਕ ਨਹੀਂ ਹੋਣਾ। ਠੀਕ ਉਦੋਂ ਹੋਣਾ ਜਦੋਂ ਉਹ ਡਾਕਟਰ ਦੀ ਜਿਹੜੀ ਲਿਖੀ ਹੋਈ ਦਵਾਈ ਹੈ ਉਹਨੂੰ ਜਦੋਂ ਇਹਦਾ ਇਸਤੇਮਾਲ ਸਮੇਂ ਅਨੁਸਾਰ ਇਸਤੇਮਾਲ ਕਰਨ ਲੱਗ ਪਿਆ। ਪਰ ਇੱਕ ਗੱਲ ਇਹ ਵੀ ਖਿਆਲ ਰੱਖਣਾ ਹੈ ਕਿ ਜਿਸ ਡਾਕਟਰ ਨੇ ਇਹ ਦਵਾਈ ਲਿਖੀ, ਉਹ ਡਾਕਟਰ ਸਿਆਣਾ ਹੋਣਾ ਚਾਹੀਦਾ। ਅਤੇ ਸਤਿਗੁਰੂ ਮਹਾਰਾਜ ਨੇ ਸਾਨੂੰ ਇਹ ਲਿਖ ਦਿੱਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਨੇ ਲਿਖ ਦਿੱਤਾ ਕਿ ਭਾਈ ਸਿੱਖਿਆ ਦਿੱਤੀ ਕਿ ਇਹ ਨਾਮ ਜਪਣਾ। ਸਤਿਗੁਰੂ ਕਹਿੰਦੇ ਸਤ ਜਪ ਮਨ ਸਤਿਨਾਮ ਸਦਾ ਸਤਿਨਾਮ ਜਪਣਾ ਹੈ। ਹੁਣ ਆਪਾਂ ਇਹ ਖੁਰਾਕ ਖਾਣੀ ਹੈ। ਖਾਣੀ ਕਿਵੇਂ ਹੈ? ਨਾਮ ਦੀ ਖੁਰਾਕ ਗੁਰੂ ਨੇ ਤਾਂ ਕਹਿ ਦਿੱਤਾ ਕਿ ਆਹ ਭਾਈ ਛਕਣਾ ਤੈਂ। ਖਾਣੀ ਕਿਵੇਂ ਹੁਣ ਖੁਰਾਕ? ਅਤੇ ਖੁਰਾਕ ਖਾਣ ਦਾ ਇੱਕੋ ਇੱਕ ਤਰੀਕਾ ਉਹ ਹੈ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ। ਜਦੋਂ ਆਪਾਂ ਮੁੱਖੋਂ ਜਪਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਸ ਧੁਨੀ ਨੂੰ ਆਪਾਂ ਕੰਨਾਂ ਨਾਲ ਸੁਣਨਾ ਹੈ, ਕੰਨਾਂ ਦੇ ਨਾਲ ਸੁਣਨਾ ਹੈ, ਮੁੱਖ ਦੇ ਰਾਹੀਂ ਜਪਦੇ ਜਾਣਾ, ਨੇਤਰਾਂ ਦੇ ਰਾਹੀਂ ਗੁਰਚਰਨਾਂ ਦਾ ਧਿਆਨ ਧਾਰਨ ਕਰਨਾ। ਫਿਰ ਗੁਰੂ ਸਾਰੇ ਇਸ ਤਰੀਕੇ ਦੇ ਨਾਲ ਆਪਾਂ ਇਸ ਖੁਰਾਕ ਨੂੰ ਖਾਵਾਂਗੇ। ਜਿਵੇਂ ਡਾਕਟਰ ਕੋਲ ਇਨਸਾਨ ਗਿਆ, ਉਹਦੀ ਦਵਾਈ ਖਾਧੀ, ਉਹ ਠੀਕ ਹੋ ਗਏ, ਅਤੇ ਰੋਗ ਦੂਰ ਹੋ ਗਏ, ਸਰੀਰਕ ਤੌਰ 'ਤੇ ਤੰਦਰੁਸਤ ਹੋ ਗਏ ਆ। ਅਤੇ ਇਸੇ ਤਰ੍ਹਾਂ ਨਾਮ ਜਪ ਕੇ ਬੰਦਗੀ ਕਰਕੇ ਅਤੇ ਆਪਾਂ ਮਨ ਕਰਕੇ ਤੰਦਰੁਸਤ ਹੋ ਜਾਵਾਂਗੇ, ਮਨ ਕਰਕੇ ਆਪਾਂ ਰੋਗ ਤੋਂ ਰਹਿਤ ਹੋ ਜਾਵਾਂਗੇ, ਅਤੇ ਫਿਰ ਸਤਿਗੁਰੂ ਦੀਆਂ ਸਾਨੂੰ ਖੁਸ਼ੀਆਂ ਨਸੀਬ ਹੋ ਜਾਣਗੀਆਂ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜੇ ਨਾਮ ਤੋਂ ਹੀਣੇ ਪੁਰਸ਼ ਨੇ, ਉਹ ਕਹਿੰਦੇ ਨਾਮ ਤੋਂ ਬਿਨਾਂ ਦੇਹੀਆਂ ਜਿਹੜੀਆਂ ਨੇ ਸੁੰਨੀਆਂ ਹੋਈਆਂ ਫਿਰਦੀਆਂ ਨੇ। ਉਹ ਦੇਹੀ ਕਿਸੇ ਕੰਮ ਦੀ ਨਹੀਂ ਹੈ ਜਿਸ ਦੇਹੀ ਦੇ ਵਿੱਚ ਜਿਹੜੀ ਦੇਹੀ ਰਾਹੀਂ ਪਰਮਾਤਮਾ ਦੀ ਇਬਾਦਤ ਨਹੀਂ ਕੀਤੀ ਜਾ ਰਹੀ ਹੈ। ਕਹਿੰਦੇ ਇਹੋ ਜਿਹੇ ਦੇਹੀ ਜੀਵ ਕਹਿੰਦੇ ਅੰਧਲਾ ਹੈ, ਇਹਦੇ ਨੇਤਰਾਂ ਵਿੱਚ ਜਿਹੜੇ ਭਰਮ ਦੇ ਫੋਲੇ ਪਏ ਹੋਏ ਹਨ। ਇਹੋ ਜਿਹੀ ਇਸ ਜੀਵ ਦੀ ਹਾਲਤ ਹੈ। ਨਾਨਕ ਸਫਲ ਜਨਮ ਜੈ ਘਟ ਬੁੱਠਾ ਸੱਚ ਧਾਨੀ। ਨਾਨਕ ਗੁਰੂ ਜੀ ਉਚਾਰਨ ਕਰਦੇ ਹਨ, ਕਹਿੰਦੇ ਉਹਨਾਂ ਜੀਵਾਂ ਦਾ ਜਿਹੜਾ ਜਨਮ ਹੈ ਸਫਲ ਹੋ ਗਿਆ, ਉਹਨਾਂ ਦਾ ਸੰਸਾਰ ਵਿੱਚ ਆਇਆ ਸਫਲਾ ਹੋ ਗਿਆ, ਜਿਨ੍ਹਾਂ ਨੇ ਜੈ ਘਟ ਬੁੱਠਾ ਸੱਚ ਧਾਣੇ। ਜੈ ਘਟ ਕਹਿੰਦੇ ਨੇ ਹਿਰਦਾ, ਜਾਂ ਜਿਹੜੇ ਹਿਰਦੇ ਵਿੱਚ ਕਹਿੰਦੇ ਨੇ ਜਿਨ੍ਹਾਂ ਨੇ ਆਪਣੇ ਸੱਚੇ ਧਣੀ ਮਾਲਕ ਨੂੰ ਦੇਖਣਾ ਕੀਤਾ, ਭਾਵ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚੋਂ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਆ ਗਈ
ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਿਹੋ ਪੁਕਾਰ। ਤੇ ਇਹਨਾਂ ਇਹ ਗੱਲ ਦੀ ਸੋਝੀ ਆ ਗਈ ਕਿ ਪਰਮਾਤਮਾ ਘਟ ਘਟ ਵਿੱਚ ਵਸਦਾ ਹੈ। ਆਪਣੇ ਅੰਦਰੋਂ ਉਸ ਮਾਲਕ ਨੂੰ ਦੇਖ ਲਿਆ। ਤੇ ਪਾਤਸ਼ਾਹ ਕਹਿੰਦੇ ਉਹਨਾਂ ਜੀਵਾਂ ਦਾ ਫਿਰ ਜਿਹੜਾ ਜਨਮ ਹੈ ਸਫਲ ਹੁੰਦਾ ਹੈ। ਇੱਥੋਂ ਤੱਕ ਪਾਤਸ਼ਾਹ ਕਹਿੰਦੇ ਨੇ, ਆਇਆ ਸਫਲ ਤਾਹੂ ਕੋ ਗਣੀਐ, ਜਾਸ ਰਸਨ ਹਰ ਹਰ ਮੁਖ ਬਣੀਐ। ਜਿਨ੍ਹਾਂ ਨੇ ਆਪਣੀ ਰਸਨਾ ਨਾਲ ਹਰੀ ਹਰੀ ਵਾਹਿਗੁਰੂ ਵਾਹਿਗੁਰੂ ਜਪਣਾ ਕੀਤਾ, ਅਸਲ ਵਿੱਚ ਉਹਨਾਂ ਜੀਵਾਂ ਦਾ ਫਿਰ ਸੰਸਾਰ ਵਿੱਚ ਆਇਆ ਸਫਲਾ ਹੁੰਦਾ ਹੈ। ਤੇ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚੋਂ ਹੀ ਉਸ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ, ਉਹਨਾਂ ਦਾ ਫਿਰ ਜੀਵਨ ਸਫਲਾ ਹੋਇਆ। ਉਹ ਆਪਣੇ ਮਨੁੱਖਾ ਜਨਮ ਨੂੰ ਸਵਾਰ ਕੇ ਗੁਰੂ ਸਰੇ ਸੰਸਾਰ ਤੋਂ ਸੁਰਖਰੂ ਹੋ ਕੇ ਸਦੀਵੀ ਕਾਲ ਲਈ ਗੁਰ ਚਰਨਾਂ ਵਿੱਚ ਉਹ ਜੁੜ ਗਏ ਹਨ। ਤੇ ਆਪਾਂ ਵੀ ਆਪਣੇ ਜੀਵਨ ਨੂੰ ਸਫਲਾ ਕਰੀਏ, ਨਾਮ ਜਪ ਕੇ, ਬਾਣੀ ਪੜ੍ਹ ਕੇ। ਜਦੋਂ ਬਾਣੀ ਪੜ੍ਹਦੇ ਹਾਂ ਨਾ, ਕੋਸ਼ਿਸ਼ ਕਰਿਆ ਕਰੋ ਕਿ ਅੱਜ ਗੁਰਬਾਣੀ ਆਪਾਂ ਪੜ੍ਹੀ ਹੈ, ਸਹਿਜ ਪਾਠ ਕਰ ਰਹੇ ਹਾਂ, ਜੇ 20 ਅੰਕ 15 ਅੰਕ 30 ਆ ਜਿੰਨਾ ਵੀ ਸਾਹ ਮਿਲਦਾ ਹੈ, ਕੋਸ਼ਿਸ਼ ਕਰੋ ਕਿ ਇੱਕ ਦੋ ਜਿਹੜੇ ਸ਼ਬਦ ਨੇ ਉਹ ਆਪਾਂ ਵਿਚਾਰ ਕੇ ਪੜ੍ਹੀਏ। 2-4 ਸ਼ਬਦ ਵਿਚਾਰ ਕੇ ਪੜ੍ਹੀਏ, ਸਾਨੂੰ ਅਰਥਾਂ ਦਾ ਬੋਧ ਹੋਵੇ, ਪਤਾ ਲੱਗੇ ਸਾਡਾ ਗੁਰੂ ਸਾਨੂੰ ਕੀ ਕਹਿ ਰਿਹਾ ਹੈ, ਗੁਰੂ ਸਾਨੂੰ ਕੀ ਕਹਿ ਰਿਹਾ ਹੈ ਤੇ ਆਪਾਂ ਕੀ ਕਰ ਰਹੇ। ਜਦੋਂ ਆਪਾਂ ਪੜ੍ਹ ਕੇ ਨਾਲ ਵਿਚਾਰਾਂਗੇ ਨਾ ਕਿ ਸਾਡੇ ਗੁਰੂ ਦਾ ਇਹ ਹੁਕਮ ਹੈ, ਗੁਰੂ ਸਾਨੂੰ ਇਸ ਤਰ੍ਹਾਂ ਉਪਦੇਸ਼ ਦੇ ਰਿਹਾ ਹੈ, ਤੇ ਫਿਰ ਸਤਿਗੁਰੂ ਮਹਾਰਾਜ ਦੀ ਸਾਡੇ ਉੱਤੇ ਅਪਾਰ ਬਖਸ਼ਿਸ਼ ਹੋਵੇਗੀ, ਖੁਸ਼ੀਆਂ ਮਿਲਣਗੀਆਂ। ਤੇ ਸਤਿਗੁਰੂ ਕਹਿੰਦੇ ਫਿਰ ਉਹਨਾਂ ਜੀਵਾਂ ਦਾ ਜੀਵਨ ਸਫਲਾ ਹੁੰਦਾ ਹੈ ਜਿਨ੍ਹਾਂ ਨੇ ਆਪਣੇ ਘਟ ਹਿਰਦੇ ਧਨੀ ਮਾਲਕ ਨੂੰ ਦੇਖਣਾ ਕੀਤਾ ਹੈ, ਪਰਮਾਤਮਾ ਨੂੰ ਜਿਹਨਾਂ ਪ੍ਰਾਪਤ ਕੀਤਾ ਹੈ। ਮਹੱਲਾ ਪੰਜਵਾ। ਲੋਇਣ ਲੋਈ ਡਿਠ, ਪਿਆਸ ਨ ਬੂਝੈ ਕੂੰ ਘਣੀ, ਨਾਨਕ ਸੇ ਅਖੜੀਆਂ ਬਿਆਨ, ਜਿਨੀ ਡਿਸੰਦੋ ਮਾਂ ਪਿਰੀ। ਲੋਇਣ ਲੋਈ ਡਿਠ। ਪਹਿਲਾ ਲੋਇਣ ਦਾ ਅਰਥ ਆਣਾ ਨੇਤਰ, ਲੋਕਾਂ ਨੇਤਰਾਂ ਦੇ ਨਾਲ ਹੀ। ਦੂਜਾ ਲੋਈ ਦਾ ਅਰਥ ਆਉਂਦਾ ਲੁਕਾਈ, ਸੰਸਾਰ, ਕਿ ਇਹਨਾਂ ਨੇਤਰਾਂ ਦੇ ਰਾਹੀਂ ਲੋਇਣ ਲੋਈ ਸੰਸਾਰ ਨੂੰ ਮੈਂ ਡਿੱਠ ਦੇਖਣਾ ਕੀਤਾ। ਫਿਰ ਹੋਇਆ ਕਿ ਪਿਆਸ ਨਾ ਬੂਝੈ ਮੂੰਹ ਘਣੀ। ਜਦੋਂ ਸੰਸਾਰ ਵੱਲ ਦੇਖਿਆ ਨਾ, ਤੇ ਪਦਾਰਥਵਾਦੀ ਸੋਚ ਮੇਰੇ ਅੰਦਰ ਘਰ ਕੀਤੀ ਹੋਈ ਹੈ, ਜਿਸ ਕਰਕੇ ਮੇਰੀ ਜਿਹੜੀ ਸੰਸਾਰ ਨੂੰ ਦੇਖ ਕੇ ਪਿਆਸ ਨਹੀਂ ਬੁੱਝੀ। ਤਮਾ ਦਿਨੋਂ ਦਿਨ ਵੱਧਦੀ ਗਈ, ਮੈਂ ਆਹ ਵੀ ਕਰ ਲਵਾਂ, ਆਹ ਵੀ ਕਰ ਲਵਾਂ, ਆਹ ਵੀ ਮੇਰੇ ਤੋਂ ਆਹ ਕਾਰਜ ਰਹਿ ਗਿਆ, ਇਹ ਮੈਂ ਪੂਰਾ ਕਰ ਲਵਾਂ। ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਲੰਘਾ ਦਿੱਤੀ। ਇੰਨੇ ਚਿਰ ਨੂੰ ਫਿਰ ਸਮਾਂ ਆ ਜਾਂਦਾ ਕਿ ਭਾਈ ਬੜੇ ਕੰਮ ਕਰ ਲਏ, ਹੁਣ ਤਾਂ ਜਿਹੜਾ ਅਸਲੀ ਕੰਮ ਕਰਨ ਆਇਆ ਸੀ ਉਹ ਤਾਂ ਕੀਤਾ ਹੀ ਨਹੀਂ। ਸਾਰੀ ਜ਼ਿੰਦਗੀ ਇਹ ਕੰਮ ਧੰਦਿਆਂ ਵਿੱਚ ਲੱਗਿਆ ਰਿਹਾ, ਅਸਲੀ ਕੰਮ ਕੀਤਾ ਨਹੀਂ। ਕਹਿੰਦੇ ਚੱਲ ਭਾਈ ਹੁਣ ਤੇਰਾ ਸਮਾਂ ਮੁੱਕ ਚੁੱਕਾ ਏ, ਹੁਣ ਤੈਨੂੰ ਸਮਾਂ ਨਹੀਂ ਮਿਲਣਾ ਏ। ਤੇ ਉਦੋਂ ਫਿਰ ਮਨੁੱਖ ਦੇਖਦਾ, ਜੀਵ ਦੇਖਦਾ ਕਿ ਮਨਾ ਇੰਨਾ ਜ਼ਿੰਦਗੀ ਦੇ 60 ਸਾਲ 70 ਸਾਲ 80 ਸਾਲ ਮੈਂ ਧੰਦਿਆਂ ਵਿੱਚ ਹੀ ਲਾ ਦਿੱਤੇ। ਹਾਲਾਤ ਕਿਹੋ ਜਿਹੀ ਹੋ ਗਈ, ਧੰਦਾ ਕਰਤਾ ਰਹਿ ਗਿਆ, ਭਾਈ ਰਿਹਾ ਨਾ ਬੰਦ। ਤੇ ਹਾਲਾਤ ਅੰਤ ਵੇਲੇ ਇਹੋ ਜਿਹੇ ਹੋ ਜਾਂਦੇ ਹੈ, ਨਾ ਕੋਈ ਭਰਾ ਰਹਿੰਦਾ, ਨਾ ਬੰਧਵ ਰਿਸ਼ਤੇਦਾਰ ਰਹਿੰਦਾ ਹੈ। ਅਗਲਾ ਸਫ਼ਰ ਜੀਵ ਦਾ ਇਕੱਲੇ ਦਾ ਹੈ। ਜਿਹੜਾ ਅਗਲਾ ਸਫ਼ਰ ਹੈ ਨਾ, ਸੰਸਾਰ 'ਚ ਵਿਚਰਦੇ ਹਾਂ ਆਪਾਂ, ਕੁਦਰਤੀ ਤੌਰ 'ਤੇ ਆਪਾਂ ਦੇਖਦੇ ਕਈ ਵਾਰੀ ਮਨੁੱਖ ਦੇ ਉੱਤੇ ਇਹੋ ਜਿਹੀ ਵਿਪਤਾ ਆਉਂਦੀ ਹੈ, ਦੁੱਖ ਦੀ ਘੜੀ ਆਉਂਦੀ ਹੈ, ਭਰਾ ਵੀ ਸਾਥ ਛੱਡ ਦਿੰਦੇ ਨੇ, ਰਿਸ਼ਤੇਦਾਰ ਵੀ ਫਿਰ ਫੋਨ ਕਰਨ ਨੂੰ ਹਟ ਜਾਂਦੇ ਨੇ, ਨਹੀਂ ਕਿ ਤੂੰ ਸਾਡੇ ਤੋਂ ਕੁਝ ਮਾਇਆ ਨਾ ਮੰਗ ਲਵੇ। ਰਿਸ਼ਤੇਦਾਰ ਵੀ ਪਿੱਛੇ ਹਟਦੇ ਨੇ, ਜਿਉਂਦਿਆਂ ਜੀ ਸਾਥ ਛੱਡ ਦਿੰਦੇ ਨੇ। ਪਰ ਜੇ ਦੁਬਾਰਾ ਫਿਰ ਉਸੇ ਤਰ੍ਹਾਂ ਰੌਣਕਾਂ ਲੱਗ ਜਾਣ ਪਹਿਲਾਂ ਵਾਂਗ, ਫਿਰ ਉਹੀ ਰਿਸ਼ਤੇਦਾਰ ਆ ਕੇ ਫੋਨ ਕਰਦੇ ਨੇ, ਮਿਲਦੇ ਨੇ, ਆ ਕੇ ਮਿਲ ਵਰਤਨ ਰੱਖਦੇ ਨੇ। ਅਤੇ ਇੱਥੋਂ ਸਾਨੂੰ ਸਿੱਖਿਆ ਵਾਰ-ਵਾਰ ਮਿਲਦੀ ਹੈ। ਅਤੇ ਸਤਿਗੁਰੂ ਕਹਿੰਦੇ ਮੰਨ ਲਿਆ ਜਾਵੇ ਸੰਸਾਰ 'ਚ ਵਿਚਰਦਾ, ਤੂੰ ਆਪਣਾ ਸਫ਼ਰ ਕਰ ਰਿਹਾ,
तेरी भैन होवेगी, तेरा भरा होवेगा, घर वाली, तेरे बच्चे इत्यादक, माता पिता, ये तेरा साथ दिंदे ने साथ। इस सच्चाई है। भरा सज्जियां बाहां बन के गुरु सवारिओ साथ दिंदे ने। पुत्तर धीआं जड़ियां ने वो दुख की घड़ी वेले अपने मापियां का ख्याल रखते हैं। सच है। कई बच्चे नलायक होंदे ने जिहड़े अपने माँ बाप की टहल सेवा नहीं करते। वो गुरमत के धारनी नहीं हैं। उन्होंने ये भुलिया होया कि एक दिन असी भी बुढ़े होना है। जिहड़ा दिन अज साडे माता पिता उत्ते आए ने ते कल नूं ये साडे उत्ते भी आने ने। जिन्हां नूं तां याद है फिर वो तो अपने माँ बाप की टहल सेवा भी करनगे। जिहड़े गुरु सवार जिहड़े भुले फिरदे ने फिर वो अपने मापियां नूं बिरध आश्रम विच जाके छड्ड दिंदे ने, सड़कां उत्ते छड्ड दिंदे ने। क्योंकि जे आपां ये याद रखीए कि नहीं, माता पिता की सेवा ही सब तो वड्डी सेवा। पंजाब की धरती है। पंजाब की धरती उत्ते साडे गुरु साहिबान जी ने लंगर लाए, लोड़वंदां नूं घर बनाए। सतगुरु जी ने भुखे नूं प्रशादा, नगेज ढकण लई वस्त्र देना कीते। ये सतगुरु जी ने परोपकार वाले कारज कीते ने। ते अज उसे ही पंजाब की धरती ते थावां थावां ते बिरध आश्रम बने हुए ने। मनुखता की सेवावां लई थां बनी हुई है। वो क्यों बने ने? कारण की है? वो साड़ियाँ गलतियां ने। क्योंकि असी अपने बजुर्गों की, अपने संगी साथियों की टहल सेवा छड्ड दित्ती। जिहड़े कारज नूं सानू सतगुरु जी ने सानू आख्या सी ना कि ये सिखा तो ये मनुखता का कारज करना, लोक भलाई दे कारज करने ने, उतों आपां मुनकर हो गए हैं। गुरु साहिबान जी ने सानू तो ये समझाया सी, देखो जदों भी सब संसार उत्ते कोई आफत आई है, विपता का समा आया ना गुरु काल के समय, तो सतगुरु महाराज अगे होए ने सहायता लई। काल पैंदा लाहौर की धरती ते पंजवें पातशाह समय ते छूत की बीमारी फैलती है। तो जड़े लोगों के मन च इन्ना डर सी कि ये हवा के राही बीमारी फैलती, तो लोग अपने घरां दे विच वड़ गए। इत्थों तक मावां ने अपने बच्चे छड्ड दिते, बच्चियां ने अपने माँ बाप छड्ड दिते, भैन ने भरा छड्ड दिता कि जे मैं हुण जाके ये हथ लावांगी जां लावांगा तो ये बीमारी मैनू भी फैल सकती है, ये नुकसान मेरा भी कर सकती है। पर जो पंजवें पातशाह महाराज नूं पता लग्या ना कि ये बीमारी फैली हुई है, तो पंजवें पातशाह महाराज ने माता गंगा जी नूं नाल लिया। लाहौर दीयां गलियां दे विच लोथां दे ढेर लगे हुए ने, बहुत सारे लोग चढ़ाई कर चुके ने। जिहड़े जिउंदे ने वो बीमारी दे राही तराहे तराहे कर रहे हैं। उन्हां दी कोई बांह पकड़न वाला नहीं, कोई उन्हां दा इलाज करन वाला नहीं। जिहड़े वैद हकीम सी ना वो भी अपने घरां दे अंदर वड़ गए किते सानू ना ये बीमारी लग जाए। पर पंजवें पातशाह महाराज कल्ले कल्ले दे कोल गए, माता गंगा जी कल्ले कल्ले दे कोल गए, ते कल्ले कल्ले नूं अपनी गल बकड़ी च लैंदे ने, सिर उत्ते हत्थ फेरदे ने, ते दुनिया दे लोकां दस्सिया कि भाई कोई छूत की बीमारी नहीं है। ये मनुखता की सेवा सतगुरु ने सानू करनी सिखाई है। तो सतगुरु ने इत्थों तक हरमंदर साहिब दीयां पौड़ियां तैयार हो रही ने, पावन रामदास सरोवर दीयां पौड़ियां ते बड़ा खर्च हो रहा, मजदूर लगे हुए ने, टहल सेवा चल रही है। तो गुरु पातशाह ने उस समय हुक्म कर दिता अपने मसंदा नूं कि भाई जिन्नी भी कार भेटा सारी लाहौर लैके आना करो, इत्थे मनुखता की सेवा की जाएगी। तो जो सतगुरु ने ये आखिया तो सिख कहन लगे पातशाह जी कारज अधूरे रह जाने गुरु घर दे, जिहड़े कारज ने पौड़ियां बन रही ने, होर कारज हो रहे ने, उन्हां चों रुकावट आवेगी। तो धन गुरु अर्जन दे महाराज ने बचन कीते, कहन लगे गुरु घर दे कारज बाद विच हो जाणगे, पहलां जिहड़ी सानू साडे बड़े सतगुरु ने सिखाया मनुखता की सेवा करनी, पहलां आपां ओह सेवा करांगे। ते जिन्नी कार भेटा सी ना सारी पातशाह लाहौर मंगाई, उहदे राही जिन्नी भी उन्हां दी लोड़ां सन, दवाई बूटी इत्यादक, ये सारा प्रबंध सतगुरु जी ने आप कीता। सो गुरु सवारिओ
इस तरीके दे नाल जिहड़ा मनुੱਖता ਦੀ ਸੇਵਾ ਲਈ ਸਤਿਗੁਰੂ ਨੇ ਸਾਨੂੰ ਜੋੜਿਆ। ਜੇ ਆਪਾਂ ਅੱਗੇ ਕਰੀਏ ਗੱਲ ਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਾਂ ਬਾਲਾ ਪ੍ਰੀਤਮ ਜੀ ਦਾ ਸਾਰੇ ਆਪ ਜੀ ਇਤਿਹਾਸ ਜਾਣਦੇ ਹੋ। ਦਿੱਲੀ ਦੀ ਧਰਤੀ ਤੇ ਚੇਚਕ ਦੀ ਬਿਮਾਰੀ ਫੈਲੀ ਹੈ, ਲੋਕ ਤਰਾਹੇ ਤਰਾਹੇ ਕਰਦੇ ਨੇ, ਤੇ ਉਦੋਂ ਵੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ। ਉਹ ਬਿਮਾਰੀ ਸਤਿਗੁਰੂ ਨੇ ਆਪਣੇ ਉੱਤੇ ਲੈਣਾ ਕੀਤੀ ਤੇ ਆਪਣਾ ਸਰੀਰ ਤਿਆਗ ਦਿੱਤਾ ਤੇ ਗੁਰੂ ਸਵਾਰਿਓ। ਪਰ ਉਹਨਾਂ ਜੋ ਦਿੱਲੀ ਦੇ ਰਹਿਣ ਵਾਲੇ ਲੋਕਾਂ ਨੂੰ ਸਤਿਗੁਰੂ ਨੇ ਸੁੱਖ ਦੇਣਾ ਕੀਤਾ, ਉਹਨਾਂ ਦਾ ਰੋਗ ਦੂਰ ਕੀਤਾ ਹੈ। ਕਿੱਥੋਂ ਤੱਕ ਆਪਾਂ ਗੱਲ ਕਰੀਏ, ਸਾਰਾ ਸਾਡਾ ਇਤਿਹਾਸ ਭਰਿਆ ਹੋਇਆ ਹੈ ਜਦੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਗੁਰੂ ਨੇ ਪਰਉਪਕਾਰ ਲਈ ਖਾਰੇ ਕਾਰਜ ਕੀਤੇ ਨੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੇ ਸੀਸ ਦੀ ਕੁਰਬਾਨੀ ਦੇਣਾ ਕੀਤੀ, ਕਿਹਦੇ ਲਈ? ਆਪਣਾ ਧਰਮ ਦੇ ਲਈ ਨਹੀਂ, ਪਰਾਇਆ ਧਰਮ ਜਿਹਦਾ ਸਾਡਾ ਕੋਈ ਨਾਤਾ ਨਹੀਂ ਹੈ, ਕੋਈ ਵਾਸਤਾ ਨਹੀਂ ਹੈ। ਪਰ ਕੇਵਲ ਜਦੋਂ ਗੁਰੂ ਨਾਨਕ ਦੇ ਘਰ ਵਿੱਚ ਚੱਲ ਕੇ ਆ ਗਏ ਨਾ ਕਿ ਸਤਿਗੁਰੂ ਸਾਡਾ ਧਰਮ ਖਤਰੇ ਦੇ ਵਿੱਚ ਹੈ, ਆਪ ਜੀ ਕਿਰਪਾ ਕਰੋ ਪਾਤਸ਼ਾਹ ਜੀ, ਸਾਡੇ ਧਰਮ ਦੇ ਰੱਖਿਅਕ ਬਣਨਾ ਕਰੋ। ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਸ ਹਿੰਦ ਧਰਮ ਦੇ ਲਈ ਆਪਣੇ ਸੀਸ ਦੀ ਕੁਰਬਾਨੀ ਦੇਣਾ ਕੀਤੀ। ਧਰਮ ਦੇ ਚਾਦਰ ਬਣੇ ਪਾਤਸ਼ਾਹ ਜੀ ਤੇ ਇਸ ਹਿੰਦ ਧਰਮ ਦੀ ਰੱਖਿਆ ਕੀਤੀ ਪਾਤਸ਼ਾਹ ਨੇ। ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਹਜ਼ੂਰੀ 'ਚ ਹਿੰਦੂ ਚੱਲ ਕੇ ਆਏ, ਪੰਡਤ ਚੱਲ ਕੇ ਆਏ, ਉਹਨਾਂ ਨੇ ਫਰਿਆਦ ਕੀਤੀ ਕਿ ਪਾਤਸ਼ਾਹ ਸਾਡੇ ਧਰਮ ਦੀ ਰੱਖਿਆ ਕਰੋ। ਜੇ ਮੰਨ ਲਿਆ ਜਾਵੇ ਇੱਥੇ ਇਸਲਾਮ ਖਤਰੇ ਵਿੱਚ ਹੁੰਦਾ, ਹਿੰਦੂ ਲੋਕ ਜਿਹੜੇ ਇਸਲਾਮ ਦੇ ਉੱਤੇ ਜ਼ੁਲਮ ਕਰਦੇ ਹੋਣ, ਧਰਮ ਖਤਰੇ, ਜਿਹੜੇ ਇਸਲਾਮ ਦੇ ਜਿਹੜੇ ਲੋਕ ਨੇ ਉਹ ਪੈਰੋਕਾਰ ਗੁਰੂ ਪਾਤਸ਼ਾਹ ਕੋਲ ਚੱਲ ਕੇ ਆਣ, ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਚੱਲ ਕੇ ਆਉਂਦੇ, ਉਹ ਫਰਿਆਦ ਕਰਦੇ ਕਿ ਸਤਿਗੁਰੂ ਸਾਡਾ ਦੀਨ ਇਸਲਾਮ ਖਤਰੇ ਦੇ ਵਿੱਚ ਹੈ, ਆਪ ਜੀ ਸਾਡੀ ਸਹਾਇਤਾ ਕਰੋ। ਤੇ ਜਿਹੜੇ ਬਚਨ ਸਤਿਗੁਰੂ ਜੀ ਨੇ ਪੰਡਤ ਕਿਰਪਾ ਰਾਮ ਨੂੰ ਆਖੇ ਸੀ, ਉਹੀ ਬਚਨ ਇਹਨਾਂ ਜਿਹੜੇ ਇਸਲਾਮ ਦੇ ਜਿਹੜੇ ਪ੍ਰਚਾਰਕ ਹੁੰਦੇ ਉਸ ਸਮੇਂ ਦੇ ਹੋਣੇ ਸਨ, ਉਹਨਾਂ ਨੂੰ ਵੀ ਸਤਿਗੁਰੂ ਨੇ ਇਹੀ ਬਚਨ ਕਰਨੇ ਸਨ ਕਿ ਭਾਈ ਆਪਣਾ ਸੀਸ ਦੇ ਦਿਆਂਗੇ ਪਰ ਤੁਹਾਡਾ ਧਰਮ ਅਸੀਂ ਖਤਮ ਨਹੀਂ ਹੋਣ ਦਿਆਂਗੇ। ਕਿਉਂਕਿ ਸਤਿਗੁਰ ਦੇ ਵਿੱਚ ਕਿਸੇ ਪ੍ਰਕਾਰ ਨਾਲ ਭਿੰਨ ਭੇਦ ਨਹੀਂ ਹੈ। ਸਤਿਗੁਰੂ ਜੀ ਸਾਰੇ ਜਿੰਨੇ ਵੀ ਧਰਮ ਨੇ, ਸਾਰੇ ਧਰਮਾਂ ਦਾ ਪਾਤਸ਼ਾਹੀ ਸਤਿਕਾਰ ਕਰਦੇ ਸਨ। ਪਰ ਆਪ ਸਤਿਗੁਰੂ ਇੱਕ ਨਿਰੰਕਾਰ ਦੇ ਅਕਾਲ ਪੁਰਖ ਵਾਹਿਗੁਰੂ ਦੇ ਪਾਤਸ਼ਾਹ ਸੀ। ਤੇ ਸਤਿਗੁਰੂ ਨੇ ਸਾਨੂੰ ਸਮਝਾਇਆ ਕਿ ਭਾਈ ਜਿਹੜਾ ਇਹ ਸੰਸਾਰ ਹੈ, ਸੰਸਾਰ ਦੇ ਵਿੱਚ ਜੀਵ ਤੂੰ ਜਨਮ ਲੈ ਕੇ ਆਇਆ ਹੈ, ਤੈਂ ਲੋਕ ਭਲਾਈ ਦੇ ਕਾਰਜ ਕਰਨੇ ਨੇ, ਪਰਾਏ ਦਾ ਭਲਾ ਸੋਚਣਾ ਹੈ। ਪਰ ਹੋਇਆ ਕੀ ਹੈ? ਕਹਿੰਦੇ ਲੋਇਣ ਲੋਈ ਡਿੱਠ, ਲੋਇਣ ਨੇਤਰਾਂ ਦੇ ਨਾਲ, ਲੋਈ ਲੁਕਾਈ ਨੂੰ ਦੇਖਿਆ, ਡਿੱਠ ਦੇਖਿਆ। ਕਹਿੰਦੇ ਪਿਆਸ ਨਾ ਬੂਝੈ ਮੂੰਹ ਘਣੀ, ਮੇਰੇ ਅੰਦਰ ਪਦਾਰਥਵਾਦੀ ਸੋਚ ਹੋਣ ਕਰਕੇ ਨਾ ਮੇਰੀ ਪਿਆਸ ਮੁੱਕਦੀ ਨਹੀਂ ਹੈ, ਘਣੀ ਬਹੁਤੀ ਮੈਨੂੰ ਪਿਆਸ ਲੱਗੀ ਹੈ। ਵਿਸ਼ਿਆਂ ਦੀ ਪਿਆਸ, ਵਿਕਾਰਾਂ ਦੀ ਪਿਆਸ, ਮਾਇਆ ਦੀ ਪਿਆਸ, ਇਹਦੇ ਵਿੱਚ ਹੀ ਮੈਂ ਗਲਤਾਨ ਹੋਇਆ ਫਿਰਦਾ ਹਾਂ। ਇਸ ਤਰ੍ਹਾਂ ਮੇਰੇ ਮਨ ਨੂੰ ਤਸੱਲੀ ਨਹੀਂ ਹੋ ਰਹੀ, ਮਨ ਭਟਕਣਾ ਦੇ ਵਿੱਚ ਹੈ। ਨਾਨਕ ਸੇ ਅਖੜੀਆਂ ਬਿਆਨ ਜਿਨੀ ਡਸੰਦੋ ਮਾਂ ਪੀਰੀ। ਧੰਨ ਗੁਰੂ ਨਾਨਕ ਦੇ ਮਹਾਰਾਜ ਨਾਨਕ ਗੁਰੂ ਜੀ ਉਚਾਰਨ ਕਰਦੇ ਹਨ, ਕਹਿੰਦੇ ਸੇ ਅਖੜੀਆਂ ਬਿਆਨ, ਅਖੜੀਆਂ ਉਹ ਅੱਖਾਂ, ਬਿਆਨ ਕਹਿੰਦੇ ਬਿਆਨ ਦਾ ਅਰਥ ਹੈ ਉਹ ਅੱਖਾਂ ਹੋਰ ਨੇ ਜਿਨ੍ਹਾਂ ਦੇ ਰਾਹੀਂ ਡਸੰਦੋ ਮਾਂ ਪੀਰੀ, ਜਿਹੜਾ ਮੇਰਾ ਪਿਰ ਪਤੀ ਪਰਮੇਸ਼ਰ ਹੈ ਨਾ, ਮਾਂ ਮੇਰਾ ਪਿਰੀ ਪਤੀ ਪਰਮੇਸ਼ਰ, ਜਿਨ੍ਹਾਂ ਨੇ ਕਹਿੰਦੇ ਜਿਨ ਨੇਤਰਾਂ ਰਾਹੀਂ ਉਹ ਪਰਮੇਸ਼ਰ ਦੇਖਿਆ ਜਾਂਦਾ, ਉਹ ਨੇਤਰ ਕੋਈ ਹੋਰ ਹਨ, ਇਹ ਨੇਤਰ ਨਹੀਂ ਹਨ। ਇਹਨਾਂ ਨੇਤਰਾਂ ਰਾਹੀਂ ਸੰਸਾਰ ਦਾ ਰੂਪ ਤੱਕ ਸਕਦੇ ਹਾਂ, ਪਰ ਉਹ ਨੇਤਰ ਹੋਰ ਨੇ। ਉਹ ਨੇਤਰ ਸਾਨੂੰ ਕਿੱਥੋਂ ਮਿਲਦੇ ਨੇ? ਉਹ ਨੇਤਰ ਮਿਲਦੇ ਨੇ ਗੁਰੂ ਪਾਸੋਂ। ਉਹ ਨੇਤਰ ਨੇ ਗਿਆਨ ਰੂਪੀ ਨੇਤਰ, ਅੰਤਰੀਵ ਨੇਤਰ, ਜਿਨ੍ਹਾਂ ਨੇਤਰਾਂ ਦੇ ਰਾਹੀਂ ਸਾਡੇ ਅੰਦਰ ਦੀ ਤਸਵੀਰ ਜਿਹੜੀ ਹੈ ਸਾਹਮਣੇ ਆ ਜਾਂਦੀ ਹੈ।
ਉਹ ਨੇਤਰਾਂ ਦੇ ਰਾਹੀਂ ਹੀ ਗੁਰੂ ਸਵਾਰਿਓ ਉਸ ਮਾਲਕ ਨੂੰ ਦੇਖਿਆ ਜਾਂਦਾ ਹੈ। ਤੇ ਸਤਿਗੁਰੂ ਕਹਿੰਦੇ ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਅੱਖੀਆਂ ਨਹੀਂ ਹਨ ਜਿਨ੍ਹਾਂ ਅੱਖੀਆਂ ਨਾਲ ਤੂੰ ਸਾਰਾ ਸੰਸਾਰ ਦੇਖਦਾ ਹੈ। ਅਸਲ ਵਿੱਚ ਇਹ ਅੱਖੀਆਂ ਦੇ ਰਾਹੀਂ ਰੱਬ ਨਹੀਂ, ਨਿਰੰਕਾਰ ਨਹੀਂ ਦੇਖਿਆ ਜਾ ਸਕਦਾ। ਨਿਰੰਕਾਰ ਨੂੰ ਦੇਖਣ ਦੇ ਲਈ ਤੈਨੂੰ ਗੁਰੂ ਕੋਲ ਜਾਣਾ ਪਵੇਗਾ। ਨਿਰੰਕਾਰ ਨੂੰ ਦੇਖਣ ਦੇ ਲਈ ਤੈਨੂੰ ਗੁਰੂ ਦੀ ਸਿੱਖਿਆ ਦਾ ਧਾਰਨੀ ਬਣਨਾ ਪਵੇਗਾ। ਜਦੋਂ ਗੁਰੂ ਤੇਰੇ ਨੇਤਰਾਂ 'ਚ ਗਿਆਨ ਦਾ ਸੁਰਮਾ ਪਾਵੇਗਾ ਨਾ, ਫਿਰ ਤੇਰੇ ਅੰਦਰੋਂ ਭਰਮ ਦਾ ਪਰਦਾ ਚੁੱਕਿਆ ਜਾਣਾ। ਉਸ ਜਦੋਂ ਭਰਮ ਦਾ ਪਰਦਾ ਚੁੱਕਿਆ ਗਿਆ, ਫਿਰ ਇਹਨਾਂ ਨੇਤਰਾਂ ਨਾਲ ਸੰਸਾਰ ਵਿੱਚ ਹੀ ਤੈਨੂੰ ਰੱਬ ਨਿਰੰਕਾਰ ਚੇਤੇ ਆਵੇਗਾ, ਤੈਨੂੰ ਦਿਖਾਈ ਦੇਵੇਗਾ। ਗੁਰੂ ਕਿਰਪਾ ਕਰਦਾ। ਗੁਰੂ ਕਹਿੰਦਾ ਏ, ਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ, ਕਹਿੰਦੇ ਨੇ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਗੁਰੂ ਕਿਰਪਾ ਕਰਦਾ ਨਾ, ਗੁਰੂ ਦੀ ਸ਼ਰਨ ਵਿੱਚ ਆਏ, ਗੁਰੂ ਨੇ ਹਿਰਦੇ ਅੰਦਰ ਗਿਆਨ ਦੇ ਦਿੱਤਾ। ਗੁਰੂ ਨੇ ਗਿਆਨ ਰੂਪੀ ਸੁਰਮਾ ਨੇਤਰਾਂ ਵਿੱਚ ਪਾਇਆ। ਉਹ ਸੁਰਮਾ ਪੈਣ ਦੀ ਦੇਰੀ ਸੀ। ਕਹਿੰਦੇ ਅਗਿਆਨ ਅੰਧੇਰ ਵਿਨਾਸ਼। ਗੁਰੂ ਦੇ ਗਿਆਨ ਦੇ ਅੱਗੇ ਅਗਿਆਨਤਾ ਰੂਪੀ ਹਨੇਰਾ ਜਿਹੜਾ ਟਿਕ ਨਹੀਂ ਸਕਿਆ, ਉਹ ਹਨੇਰਾ ਦੂਰ ਹੋ ਗਿਆ। ਤੇ ਪਾਤਸ਼ਾਹ ਕਹਿੰਦੇ ਨੇ ਫਿਰ ਹਰ ਕਿਰਪਾ ਤੇ ਸੰਤ ਭੇਟਿਆ। ਹਰੀ ਦੀ ਕਿਰਪਾ ਦੇ ਰਾਹੀਂ ਸੰਤ ਕੌਣ ਹੈ? ਸਾਡੇ ਗੁਰੂ ਸਾਹਿਬਾਨ ਜੀ, ਜਿਹਨੂੰ ਮਿਲਣ ਦੇ ਨਾਲ ਭੇਟਿਆ। ਮਿਲਣ ਦੇ ਨਾਲ ਕੀ ਹੋਇਆ? ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਨਾਨਕ ਦੇ ਹਿਰਦੇ ਅੰਦਰ ਪ੍ਰਕਾਸ਼ ਹੋ ਗਿਆ। ਫਿਰ ਉਹ ਨੇਤਰ ਪ੍ਰਾਪਤ ਹੋ ਗਏ ਜਿਨ੍ਹਾਂ ਨੇਤਰਾਂ ਦੇ ਰਾਹੀਂ ਆਪਾਂ ਸੰਸਾਰ ਵਿੱਚ ਨਿਰੰਕਾਰ ਨੂੰ ਦੇਖ ਸਕੀਏ। ਜਦੋਂ ਇਸ ਗੱਲ ਦੀ ਸਾਨੂੰ ਸੋਝੀ ਆ ਗਈ, ਗਿਆਨ ਹੋ ਗਿਆ ਕਿ ਪਰਮਾਤਮਾ ਸਾਰਿਆਂ ਦੇ ਵਿੱਚ ਹੈ, ਪਰਮਾਤਮਾ ਕਣ ਕਣ ਵਿੱਚ ਹੈ, ਪਰਮਾਤਮਾ ਸੰਸਾਰ ਦੇ ਵਿੱਚ ਹੈ, ਤੇ ਸੱਚ ਜਾਣਿਓ ਜਿਹੜੀ ਫਿਰ ਅੱਜ ਸਾਡੇ ਵਿੱਚ ਮੇਰ ਤੇ ਰਹਿਣਾ, ਕੋਈ ਜਾਤ ਕਰਕੇ ਇੱਕ ਦੂਜੇ ਉੱਤੇ ਹਮਲਾ ਕਰ ਰਿਹਾ ਹੈ, ਕੋਈ ਧਰਮ ਕਰਕੇ ਹਮਲਾ ਕਰ ਰਿਹਾ ਹੈ, ਫਿਰ ਇਹ ਸਾਰੀ ਮੇਰ ਤੇਰ ਮੁੱਕ ਜਾਣੀ ਹੈ। ਵਰਨ ਵੰਡ ਵਿੱਚ ਵੰਡੇ ਫਿਰਦੇ। ਮਨੁੱਖ ਪਰਮਾਤਮਾ ਨੇ ਮਨੁੱਖ ਬਣਾਇਆ ਨਾ, ਮਨੁੱਖ ਬੰਦਾ ਬਣਾ ਦਿੱਤਾ ਤੇ ਕਹਿ ਦਿੱਤਾ ਕਿ ਬੰਦੇ ਤੂੰ ਬੰਦਗੀ ਕਰ, ਤੈਨੂੰ ਬੰਦਗੀ ਕਰਨ ਲਈ ਇਹ ਸਰੀਰ ਮਿਲਿਆ। ਪਰ ਹੋਇਆ ਕਿ ਮਨੁੱਖ ਨੇ ਹੀ ਆਪਣੇ ਆਪ ਨੂੰ ਹਿੱਸਿਆਂ ਵਿੱਚ ਵੰਡ ਲਿਆ। ਆਪਣੇ ਧਰਮ ਦੀ ਲੜਾਈ ਸਾਰੇ ਲੜਦੇ ਫਿਰਦੇ ਨੇ। ਧਰਮ ਦੇ ਧਾਰਨੀ ਹੋਣਾ ਅਤੀ ਜ਼ਰੂਰੀ ਹੈ, ਪਰ ਲੜਾਈ ਝਗੜੇ ਇਹ ਵਿਵਾਦ ਕਿਉਂ ਖੜਾ ਕਰਨਾ? ਇਹ ਸਾਡੇ ਗੁਰੂ ਨੇ ਸਾਨੂੰ ਇਹ ਨਹੀਂ ਸਿਖਾਇਆ। ਗੁਰੂ ਨੇ ਸਾਨੂੰ ਪ੍ਰੇਮ ਕਰਨਾ ਸਿਖਾਇਆ। ਸਿੱਖਾ ਤੂੰ ਪ੍ਰੇਮ ਕਰ, ਪ੍ਰੇਮ ਦੇ ਸਹਿਤ ਸਾਰੇ ਕਾਰਜ ਕਰ। ਇੱਕ ਹਿੰਦੂ ਹੈ, ਆਪਣੇ ਧਰਮ ਦੇ ਨਿਯਮਾਂ ਦੀ ਪਾਲਣਾ ਕਰ ਰਿਹਾ, ਧਰਮ ਵਿੱਚ ਪਰਪੱਕ ਹੈ, ਉਹਨੂੰ ਮੁਬਾਰਕ। ਇੱਕ ਮੁਸਲਮਾਨ ਵੀਰ ਹੈ, ਪੰਜ ਨਿਵਾਜਾ ਬਖਤ ਪੰਜ, ਪੰਜਾ ਪੰਜੇ ਨਾਉ, ਪੰਜ ਸਵੇ ਨਵਾਜ਼ ਅਦਾ ਕਰਦਾ। ਆਪਣੇ ਧਰਮ ਦੇ ਜਿੰਨੇ ਵੀ ਉਹਦੇ ਗੁਣ ਨੇ ਉਹਨਾਂ ਨੂੰ ਹਿਰਦੇ ਅੰਦਰ ਧਾਰਨ ਕਰਦਾ ਏ, ਉਹਨੂੰ ਮੁਬਾਰਕ ਹੈ। ਤੇ ਸਿੱਖ ਹੈ, ਸਿੱਖ ਹੋ ਕੇ ਗੁਰੂ ਸਵਾਰਿਓ ਆਪਣ ਜੋ ਸਤਿਗੁਰੂ ਦਾ ਸਾਨੂੰ ਹੁਕਮ ਹੈ ਕਿ ਸਿੱਖ ਨੇ ਰਹਿਤ ਵਿੱਚ ਪਰਪੱਕ ਰਹਿਣਾ, ਸਿੱਖ ਨੇ ਅੰਮ੍ਰਿਤ ਵੇਲੇ ਸੰਭਾਲ ਕਰਨੀ ਹੈ, ਸਿੱਖ ਨੂੰ ਮੁਬਾਰਕ ਹੈ। ਝਗੜਾ ਕਿਉਂ ਕਿਸੇ ਨਾਲ ਕਰਨਾ? ਹਰ ਇੱਕ ਨੂੰ ਆਪਣਾ ਧਰਮ ਪਿਆਰਾ ਹੈ, ਪਰ ਆਪਣੇ ਧਰਮ ਨੂੰ ਵੱਡਾ ਦਿਖਾਉਣ ਵਾਸਤੇ ਨਾ ਹਰ ਇੱਕ ਦੇ ਅੰਦਰ ਹੋੜ ਇਹ ਲੱਗੀ ਹੋਈ ਹੈ ਕਿ ਸਾਡਾ ਧਰਮ ਵੱਡਾ, ਸਾਡਾ ਧਰਮ ਵੱਡਾ। ਜਿਸ ਕਰਕੇ ਮਨੁੱਖ ਦਾ ਵੈਰੀ ਬਣਿਆ ਫਿਰਦਾ ਹੈ। ਇਨਸਾਨੀਅਤ ਆਪਾਂ ਭੁੱਲ ਗਏ ਹਾਂ। ਦੇਖੋ ਥਾਵਾਂ 'ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਪਾਵਨ ਪੋਥੀਆਂ ਦਾ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਨਰਾਦਰ ਕੀਤਾ ਜਾ ਰਿਹਾ ਹੈ, ਬੇਅਦਬੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ। ਇਹ ਕਾਰਨ ਕੀ ਹੈ? ਇਹ ਇਹੀ ਲੋਕ ਨੇ ਜਿਨ੍ਹਾਂ ਦਾ ਕਿਸੇ ਵੀ ਧਰਮ ਨਾਲ ਕੋਈ ਵਾਸਤਾ ਨਹੀਂ ਹੁੰਦਾ। ਅਸਲ ਦੇ ਵਿੱਚ ਚਾਹੇ ਗੀਤਾ ਹੈ, ਰਮਾਇਣ ਹੈ, ਬਾਈਬਲ ਹੈ, ਕੁਰਾਨ ਸ਼ਰੀਫ ਹੈ, ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧਰਮ
ਹਰ ਇੱਕ ਧਰਮ ਦੇ ਆਪਣੇ ਆਪਣੇ ਗ੍ਰੰਥ ਨੇ, ਹਰ ਇੱਕ ਨੂੰ ਪਿਆਰੇ ਨੇ। ਮੁਸਲਮਾਨ ਨੂੰ ਕੁਰਾਨ ਸ਼ਰੀਫ ਪਿਆਰੀ ਹੈ, ਹਿੰਦੂ ਵੀਰ ਨੂੰ ਰਮਾਇਣ ਗੀਤਾ ਪਿਆਰੀ ਹੈ, ਕ੍ਰਿਸਚਨ ਨੂੰ ਬਾਈਬਲ ਪਿਆਰੀ ਹੈ, ਅਤੇ ਇਸੇ ਤਰ੍ਹਾਂ ਸਿੱਖ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਿਆਰੇ ਨੇ। ਅਤੇ ਇਹ ਲੋਕ ਉਹ ਲੋਕ ਜਿਹੜੇ ਕਰਦੇ ਨੇ ਇਹੋ ਜਿਹੀਆਂ ਕੁਝੀਆਂ ਹਰਕਤਾਂ, ਉਹ ਲੋਕ ਕਰਦੇ ਨੇ ਜਿਨ੍ਹਾਂ ਦੇ ਅੰਦਰ ਬਿਲਕੁਲ ਧਰਮ ਵਾਲਾ ਗੁਣ ਹੈ ਹੀ ਨਹੀਂ ਹੈ। ਇਹੋ ਜਿਹੇ ਲੋਕਾਂ ਦੀ ਹਾਲਤ ਪਤਾ ਕੈਸੀ ਹੈ? ਭਗਤ ਕਬੀਰ ਸਾਹਿਬਾਨ ਜੀ, ਇੱਕ ਸ਼ਲੋਕ ਚੇਤੇ ਆ ਗਿਆ। ਕਬੀਰ ਸਾਹਿਬਾਨ ਜੀ ਕਹਿੰਦੇ ਨੇ, ਕਬੀਰ ਪਾਪੀ ਭਗਤ ਨਾ ਭਾਵੇ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੈ, ਜਹ ਬਿਗੰਧ ਤਹ ਜਾਏ। ਕਹਿੰਦੇ ਇਹੋ ਜਿਹੇ ਜੀਵ ਦੀ ਹਾਲਤ ਇਹੋ ਜਿਹੀ ਹੈ, ਨਾ ਤਾਂ ਪਾਪੀ ਇਨਸਾਨ ਨੂੰ ਪ੍ਰੇਮਾ ਭਗਤੀ ਚੰਗੀ ਲੱਗਦੀ ਹੈ, ਨਾ ਹਰੀ ਦੀ ਪੂਜਾ ਵਡਿਆਈ ਚੰਗੀ ਲੱਗਦੀ ਹੈ। ਇਹੋ ਜਿਹੇ ਜੀਵ ਦੀ ਹਾਲਤ ਪਤਾ ਕੈਸੀ ਹੈ? ਮਾਖੀ ਚੰਦਨ ਪਰ ਹਰੈ। ਮੱਖੀ ਜਿਹੜੀ ਹੈ ਚੰਦਨ ਨੂੰ ਛੱਡ ਕੇ ਨਾ, ਜਿੱਥੇ ਗੰਦਗੀ ਹੁੰਦੀ ਹੈ, ਵਿਸ਼ਟਾ ਹੁੰਦੀ ਹੈ, ਉੱਥੇ ਮੱਖੀਆਂ ਭਿਣ ਭਿਣ ਕਰਦੀਆਂ ਇਕੱਠੀਆਂ ਹੋ ਜਾਂਦੀਆਂ ਨੇ, ਗੰਦਗੀ ਉੱਤੇ ਜਾ ਕੇ ਬੈਠਦੀਆਂ ਨੇ। ਕਹਿੰਦੇ ਉਹ ਸੱਚ ਜਾਣਿਓ, ਪਾਪੀ ਇਨਸਾਨ ਵੀ ਇਹੋ ਜਿਹਾ ਏ, ਉਹ ਵਿਸ਼ੇ ਵਿਕਾਰਾਂ ਰੂਪੀ ਗੰਦਗੀ ਵਿੱਚ ਗਲਤਾਨ ਹੈ, ਸਾਰੀ ਜ਼ਿੰਦਗੀ ਮਾੜੇ ਕਰਮ ਕਰਦਾ ਫਿਰਦਾ ਹੈ। ਗੁਰੂ ਦੇਖ ਰਿਹਾ ਜਦੋਂ ਇਹੋ ਜਿਹੇ ਪਾਪ ਕਰਮ ਕਰਦਾ ਏ, ਇਹ ਮਨੁੱਖ ਸੋਚਦਾ ਕਿ ਮੈਨੂੰ ਕੋਈ ਦੇਖ ਨਹੀਂ ਰਿਹਾ ਏ। ਲਾਲਚ ਬਸ ਹੋ ਕੇ, ਲਾਲਚ ਬਸ ਹੋ ਕੇ ਇਹੋ ਜਿਹੇ ਮਾੜੇ ਕਰਮ ਕਰਦਾ ਫਿਰਦਾ ਏ। ਕਿ ਸਾਹਿਬਜ਼ਾਦੇ ਭੁੱਲ ਗਏ ਜਿਨ੍ਹਾਂ ਨੇ ਸਾਡੇ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ? ਸਾਡੇ ਸਿਰ ਉੱਤੇ ਅੱਜ ਦਸਤਾਰਾਂ ਤਾਂ ਨੇ, ਜੇ ਗੁਰੂ ਕੇ ਸਾਹਿਬਜ਼ਾਦਿਆਂ ਨੇ ਸਰਹੰਦ ਦੀਆਂ ਨੀਹਾਂ ਵਿੱਚ ਆਪਣਾ ਲਹੂ ਡੁੱਲਣਾ ਕੀਤਾ, ਤਾਂ ਹੀ ਦਸਤਾਰਾਂ ਨੇ ਨਾ, ਕੀ ਉਹਨਾਂ ਨੂੰ ਲਾਲਚ ਨਹੀਂ ਦਿੱਤੇ ਗਏ? ਸਾਹਿਬਜ਼ਾਦਿਆਂ ਨੂੰ ਕਿੰਨਾ ਕੁਝ ਆਖਿਆ ਕਿ ਤੁਹਾਨੂੰ ਅਸੀਂ ਵਜ਼ੀਰੀਆਂ ਦੇ ਦਿਆਂਗੇ, ਆਪਣੀਆਂ ਬੇਟੀਆਂ ਦੇ ਡੋਲੇ ਦੇਣ ਲਈ ਤਿਆਰ ਹੋ ਗਏ ਸ਼ਹਿਜ਼ਾਦੀਆਂ ਦੇ, ਪਰ ਨਹੀਂ, ਇਨਕਾਰ ਕਰਦਾ। ਕਹਿੰਦੇ ਸਾਡੇ ਦਾਦੇ ਗੁਰੂ ਨੇ ਇਹ ਬਚਨ ਕੀਤੇ ਨੇ ਕਿ ਸਾਡੇ ਵੱਡੇ ਵਡੇਰੇ ਇਹ ਆਖਦੇ ਨੇ ਕਿ ਸਿੱਖ ਨੂੰ ਆਪਣਾ ਧਰਮ ਪਿਆਰਾ ਹੈ, ਸੀਸ ਭਾਵੇਂ ਚਲਿਆ ਜਾਵੇ ਪਰ ਅਸੀਂ ਆਪਣਾ ਧਰਮ ਨਹੀਂ ਛੱਡਾਂਗੇ। ਨਿੱਕੀਆਂ ਜਿੰਦਾ ਵੱਡੇ ਸਾਖੇ ਕਰਕੇ ਦਿਖਾ ਦਿੱਤੇ। ਜਿਹੜੇ ਲੋਕ ਅੱਜ ਇਹੋ ਜਿਹੇ ਮਾੜੇ ਕਰਮ ਕਰ ਰਹੇ ਨੇ, ਸਤਿਗੁਰ ਦੇ ਅੰਗਾਂ ਨੂੰ ਥਾਵਾਂ ਥਾਵਾਂ ਦੇ ਖਿਲਾਰਨ ਦੀ ਕੋਸ਼ਿਸ਼ ਕਰਦੇ, ਬੇਅਦਬੀ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ, ਅਸਲ ਵਿੱਚ ਉਹ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ ਨੇ। ਉਹ ਸਾਡੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ ਨੇ। ਜੇ ਅੱਜ ਗੁਰੂ ਸਾਹਿਬਾਨ ਜੀ ਕੁਰਬਾਨੀਆਂ ਨਹੀਂ ਦਿੰਦੇ, ਆਪਣੇ ਬੱਚਿਆਂ ਨੂੰ ਸ਼ਹੀਦ ਨਹੀਂ ਕਰਦੇ, ਤੇ ਅੱਜ ਜਾ ਅਲੀ ਤੇ ਅੱਲਾਹੂ ਅਕਬਰ ਦੇ ਨਾਅਰੇ ਸਾਰੀਆਂ ਥਾਵਾਂ 'ਤੇ ਲੱਗਣੇ ਸਨ। ਇਹ ਲੋਕ ਨੇ, ਪਾਪੀ ਭਗਤ ਨਾ ਭਾਵੀ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੈ, ਜਹ ਬਿਗੰਧ ਤਹ ਜਾਏ। ਇਹ ਗੰਦਗੀ ਉੱਤੇ ਬੈਠਣ ਵਾਲੀਆਂ ਮੱਖੀਆਂ ਨੇ, ਲਾਲਚ ਬਸ ਹੋ ਕੇ। ਕਿਉਂਕਿ ਜਿਹੜੀਆਂ ਏਜੰਸੀਆਂ ਨੇ ਇਹ ਕੰਮ ਕਰਾ ਰਹੀਆਂ ਨੇ, ਅਤੇ ਇਹ ਲੋਕ ਇਹਨਾਂ ਨੂੰ ਪੈਸੇ ਦਿੱਤੇ ਜਾਂਦੇ ਨੇ, ਅਤੇ ਲਾਲਚ ਬਸ ਹੋ ਕੇ ਇਹੋ ਜਿਹੇ ਇਹ ਕਰਮ ਕਰ ਰਹੇ ਹਨ। ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਆਪਾਂ ਕਿਹਤੋਂ ਲੁਕੋ ਰੱਖ ਲਵਾਂਗੇ। ਬੰਦਾ ਬੰਦੇ ਤੋਂ ਲੁਕੋ ਰੱਖ ਸਕਦਾ ਹੈ, ਪਰ ਗੁਰੂ ਪਾਸੋਂ, ਪਰਮਾਤਮਾ ਪਾਸੋਂ ਲੁਕੋ ਨਹੀਂ ਰੱਖਿਆ ਜਾ ਸਕਦਾ। ਗੁਰੂ ਤਾਂ ਦੇਖਦਾ ਨਾ, ਰੱਬ ਦੇਖਦਾ, ਗੁਰੂ ਦੇਖਦਾ। ਉਹਦੇ ਦਰ, ਉਹਦੀ ਕਚਹਿਰੀ ਵਿੱਚ ਤੂੰ ਕਿਵੇਂ ਤੈਨੂੰ ਮਾਫ਼ ਕੀਤਾ ਜਾਵੇਗਾ? ਤੂੰ ਕਿਵੇਂ ਆਪਣੇ ਗੁਨਾਹ ਬਖਸ਼ਾ ਲਵੇਗਾ? ਇਸ ਕਰਕੇ ਗੁਰੂ ਸਵਾਰਿਓ, ਹਰ ਇੱਕ ਜੀਵ ਨੂੰ ਆਪਣਾ ਆਪਣਾ ਧਰਮ ਪਿਆਰਾ। ਪਰਮਾਤਮਾ ਨੇ ਮਨੁੱਖ ਬਣਾਇਆ ਅਤੇ ਕਹਿ ਦਿੱਤਾ, ਬੰਦਗੀ ਬਗੈਰ ਬੰਦਾ ਕਾਹਦਾ ਬੰਦਾ, ਬੰਦਗੀ ਬਗੈਰ ਬੰਦਾ ਗੰਦੇ ਤੋਂ ਵੀ ਗੰਦਾ ਹੈ। ਜੇ ਬੰਦਗੀ ਨਹੀਂ ਤਾਂ ਬੰਦਾ ਇੱਕ ਗੰਦੇ ਤੋਂ ਗੰਦਾ, ਇੱਕ ਜਾਨਵਰ ਤੋਂ ਭੈੜਾ ਹੈ। ਜੇ ਬੰਦਗੀ ਹੈ ਫਿਰ ਬੰਦਾ ਬੰਦਾ ਹੈ, ਬੰਦਗੀ ਕਰਨ ਵਾਲਾ। ਅਤੇ ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਜਿਹੜੀਆਂ ਅੱਖੀਆਂ ਨੇ, ਜਿਹੜੇ ਨੇਤਰ ਨੇ, ਜਿਨ੍ਹਾਂ ਨੇਤਰਾਂ ਦੇ ਰਾਹੀਂ ਕਹਿੰਦੇ ਉਸ ਮਾਲਕ ਨੂੰ ਦੇਖਿਆ ਜਾਵੇ, ਅਤੇ ਕਹਿੰਦੇ ਉਹ ਨੇਤਰ ਕੋਈ ਹੋਰ ਹਨ। ਅੱਖੜੀਆਂ ਬਿਆਨ ਕਹਿੰਦੇ ਉਹ ਤਾਂ ਹੋਰ ਹੀ ਨੇ।
ਜਿਹਦੇ ਰਾਹੀਂ ਸੰਸਾਰ ਨਿਰੰਕਾਰ ਨੂੰ ਦੇਖਿਆ ਜਾਵੇ। ਜਿਨੀ ਦਿਸੰਦੋ ਮਾਂ ਪੀਰੀ, ਜਿਨ੍ਹਾਂ ਨੇਤਰਾਂ ਦੇ ਰਾਹੀਂ ਮਾਂ ਪੀਰੀ, ਮਾਂ ਮੇਰਾ ਪੀਰੀ ਪਤੀ ਪਰਮੇਸ਼ਰ ਦੇਖਣਾ ਕੀਤਾ, ਉਹ ਨੇਤਰ ਹੋਰ ਨੇ, ਉਹ ਗਿਆਨ ਰੂਪੀ ਨੇਤਰ ਨੇ, ਉਹ ਗੁਰੂ ਪਾਸੋਂ ਸਾਨੂੰ ਨੇਤਰ ਪ੍ਰਾਪਤ ਹੁੰਦੇ ਨੇ। ਇਹ ਗੁਰੂ ਸਵਾਰਿਓ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਮਹੱਲੇ ਤੱਕ ਸਤਿਗੁਰੂ ਜੀ ਨੇ ਵਿਚਾਰ ਕਰਵਾਈ ਹੈ।